मौसम तो 2 दिन तो मौसम का मिजाज बदलिया है। तेज हवावां चल रही ने, मीह पै रहा है और देर रात तो पंजाब के ਵੱਖ-ਵੱਖ इलाकों के विच सब थाई बरसात हो रही है, कई थाई तेज बरसात हो रही है। तो पंजाब के विच तेज हनेरी और मीह के कारण किसानों को काफी परेशानी का सामना करना पै रहा है। खेतों के विच पक के फसल जो कणक तैयार हुई है वह विच चुकी है। मौसम विभाग के मुताबिक 21 तरीक तक दसी कि मौसम का मिजाज इस तरह के नाल बदलिया रहेगा। इस दे नाल किसानों की परेशानी होर वध सकती है। 4 तस्वीरां दिखा रहे हैं, संगरूर, गुरदासपुर, पटियाला, कपूरथला। तो किस तरीके दे नाल इस वेले दी तस्वीर है, ये ताज़ा तस्वीरां ने क्योंकि कणकां जिहड़ियां ने पक्कण दी कगार ते, यानी कि विसाखी जिहड़ी है अगले महीने है, उस वेले वाढी जिहड़ी है उस तो पहला ही शुरू हो जाती है। पर यह मौसम दे करके पक्कियां कणकां विच चुकियां ने। बारिश ने जिहड़े किसानां दे साह सुकाए ने, अन्नदाता ते कुदरत दा कहर जिहड़ा है वह वापरिया कह सकते हैं। क्योंकि जिस किस्म दे नाल किसानां ने फसल जिहड़ी है पाली हुंदी है और उस तो बाद वाढी करनी हुंदी है और फिर मंडियां दे विच ले जाके उसनूं वेचना हुंदा है, उसदा भाव हुंदा है, पर उस तो पहला ही ये तस्वीर नजर आ रही है। तो इस वेले सुभाविक तौर पर 6 महीने की मेहनत हुंदी है किसानां दी और फिर उस तो बाद जेकर मौसम इस कदर खराब रहेगा, क्योंकि मौसम विभाग कह रहा है कि 21 तरीक तक इसी तरह परेशानी हो सकती है। तो अज 18 तरीक है, 19, 20 और 21 यानी कि 3 दिन पूरे होर ने जिस दे विच मौसम इसी तरह खराब रहेगा। जिथे आम लोगों को थोड़ा जिहड़ा मौसम है गर्मी का सी दिन वेले वो थोड़ी राहत मिली, तो उत्थे ही किसान परेशान ने। हवा दे नाल जिहड़ी मींह दे नाल नुकसान होया जी, ते जिहड़ियां कणक साडी 20 क्विंटल निकलनी जी, इहदे विच घੱਟ ਤੋਂ घੱਟ 4 क्विंटल का फर्क किले का एक फर्क पैदा जी, ਮੀਂਹ ਦੇ ਨਾਲ कणक डिगन ਦੇ ਨਾਲ ਕਰਕੇ। ਤੇ ਜੇ ਇਹੋ ਅਸੀਂ ਉਮੀਦ ਕਰਦੇ ਆ ਵੀ ਸਾਨੂੰ ਜੇ ਸਾਡਾ ਨੁਕਸਾਨ ਹੋਇਆ ਸਾਨੂੰ ਸਰਕਾਰਾਂ ਕੋਈ ਸਾਨੂੰ ਮੁਆਵਜ਼ਾ ਦੇਣ। ਕੋਈ ਵੀ ਕਿਸਾਨ ਜਿਹੜਾ ਛੋਟਾ ਵੱਡਾ ਕਿਸਾਨ ਸਾਰੇ ਆਪਦਾ ਮਹਾਂ ਦੇ ਕਿੱਤਾ ਕਰਦੇ ਯਾਰੇ। ਅੱਗੇ ਦੇ ਕਿਸਾਨ ਗਰੀਬ ਆ, ਕਿਸਾਨ ਦੇ ਪੱਲੇ ਕੋਈ ਪੈਂਦਾ ਨਹੀਂ। ਜੇ ਕੋਈ ਸਰਕਾਰ ਤੋਂ ਮੰਗ ਕਰਦੇ ਆ, ਕੋਈ ਸਰਕਾਰ ਕੋਈ ਵੀ ਮੁਆਵਜ਼ਾ ਦੇ ਖੁਸ਼ ਨਹੀਂ ਹੁੰਦੀ। ਤੇ ਹੜਾਂ ਨੁਕਸਾਨ ਸਾਡੇ ਅੱਜ ਹੜਾਂ ਦੇ ਮਾਰ ਤੋਂ ਅਰਕੀ ਬਚਿਆ ਤੇ ਅਰਕੀ ਮਤਲਬ ਆ ਇੱਧਰ ਕੁਦਰਤੀ ਮਾਰ ਪੈ ਗਈ। ਇਹਦਾ ਕਰਕੇ ਅਸੀਂ ਤੇ ਚਾਹੁੰਦੇ ਆ ਵੀ ਨਾ 5-4 ਦਿਨ ਬਰਸਾਤ ਦੱਸੀ ਆ, ਦੇਖੋ ਮਾਰ ਕੀ ਕਰਦਾ। ਅਸੀਂ ਕਹਿੰਦੇ ਵੀ ਸਾਨੂੰ ਸਾਰਾ ਮੁਆਵਜ਼ਾ ਦਿੱਤਾ ਜਾਵੇ ਜਿੰਨੇ ਕੋਈ ਕਿਸਾਨ ਫਸਲ ਦਾ ਨੁਕਸਾਨ ਹੋਇਆ ਵਾ। ਇਹ ਰਾਤ ਅਚਾਨਕ ਜਿਹੜੀ ਬਾਰਿਸ਼ ਆਈ ਹੈ, ਬਾਰਿਸ਼ ਦੇ ਨਾਲ ਜਿਹੜਾ ਤੇਜ਼ ਹਨੇਰੀ ਤੇ ਬਹੁਤ ਜ਼ਿਆਦਾ ਤੇਜ਼ ਹਵਾ ਆਈ ਆ, ਉਹਨੇ ਜਿਹੜਾ ਕਣਕ ਦੇ ਜਿੱਥੇ ਆਸ ਸੀ ਵੀ ਕਣਕ ਸਾਡੀ ਹੁਣ ਬਿਲਕੁਲ ਪੱਕ ਕੇ ਤਿਆਰ ਹੋ ਗਈ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚੰਗੇ ਵਧੀਆ ਰਿਜ਼ਲਟ ਆਉਣਗੇ। ਪਰ ਅੱਜ ਅਸੀਂ ਸਵੇਰੇ ਵੇਖ ਕੇ ਜਿਹੜਾ ਹੈਰਾਨ ਰਹਿ ਗਏ ਕਿ ਜਿਹੜੀ ਕਣਕਾਂ ਵਾ ਇਸ ਏਰੀਏ ਦੀਆਂ ਤੇ ਸਾਰੀਆਂ ਹੀ ਤੇਜ਼ ਬਾਰਿਸ਼ ਦੇ ਹਵਾ ਦੇ ਨਾਲ ਜਿਹੜੀਆਂ ਲੰਮੇ ਪੈ ਗਈਆਂ ਵਾ। ਹੁਣ ਇਹਦੇ ਨਾਲ ਆਸ ਜਾਂ ਵੀ ਝਾੜ ਤੇ ਵੀ ਅਸਰ ਪਊਗਾ। ਨੁਕਸਾਨ ਹੀ ਨੁਕਸਾਨ ਆ ਵੀਰੇ ਇਹਦਾ ਤੇ ਕਹਣਾ ਉਹਦੇ ਮੀਂਹ ਪੈ ਰਿਹਾ, ਪਹਿਲਾਂ ਪਾਣੀ ਲਾਇਆ ਦਾ, ਹੁਣ ਬਾਰਿਸ਼ ਪੈ ਗਈ, ਹੁਣ ਪਾਣੀ ਤਾਂ ਪਹਿਲੀ ਨਹੀਂ ਹਲੇ ਖਾਇਆ ਦਾ, ਹੁਣ ਦੁਬਾਰਾ ਫੇਰ ਭਰ ਕੇ ਖੇਤ। ਇਹਦੇ ਨਾਲ ਕਣਕ ਸੁੱਕਣੀ ਸ਼ੁਰੂ ਹੋ ਜਾਏਗੀ ਜੇ ਰੱਬ ਨਾ ਹਟਿਆ। ਹੁਣ ਕੁਦਰਤ ਦੀ ਮਾਰ ਤੈਨੂੰ ਪਤਾ ਹੀ ਹੈ, ਜਿਹਦਾ ਪਰਮਾਤਮਾ ਹੀ ਕੋਈ ਬੌੜਕਾ ਕਿਰਪਾ ਕਰਤੀ ਵੀ ਤਾਂ ਦਾ ਬਚਾਓ ਰਹਿ ਸਕਾ। ਮੀਂਹ ਦਾ ਤਾਂ ਨੁਕਸਾਨ ਹੈ, ਹੁਣ ਪਹਿਲਾਂ ਕਣਕ ਭਰੀ ਹੋਈ ਸੀ, ਹੁਣ ਉੱਤੋਂ ਬਾਰਿਸ਼ ਹੋਣ ਲੱਗੀ, ਇਸ ਕਰਕੇ ਆਪਣਾ ਬੱਲੀਆਂ ਦਾ ਦਾਣਾ ਜਿਹੜਾ ਇਹ ਚਿੱਟੀਆਂ ਹੋ ਜਾਣਗੀਆਂ ਬੱਲੀਆਂ। ਆਪਣਾ ਝਾੜ ਦੇ ਵਿੱਚ ਬਹੁਤ ਫਰਕ ਪਊਗਾ। ਕਣਕ ਗਿਰ ਵੀ ਬਹੁਤ ਗਈ, ਕਣਕ ਵੀ ਬਹੁਤ ਗਿਰ ਗਈ ਕਣਕ। ਇਸ ਕਰਕੇ ਰੱਬ ਅੱਗੇ ਅਰਦਾਸ ਕਰਦੇ ਹਾਂ ਅਸੀਂ ਤਾਂ ਵੀ ਰੱਬੇ ਮਾੜਾ ਮੋਟਾ ਕਰਦੇ ਕੁਛ ਕਿਰਪਾ। ਕੋਈ ਪਾਣੀ ਪੂਣੀ ਨਿਕਲਣਾ ਬਾਈ ਕੋਈ ਸਾਧਨ ਹੈ? ਨਾ ਵੀਰੇ ਕੋਈ ਸਾਧਨ ਨਹੀਂ ਪਾਣੀ ਨਿਕਲਣ ਦਾ। ਤਾਂ ਇਹ ਕਹਿਣਾ ਹੈ ਕਿਸਾਨਾਂ ਦਾ, ਕਿਸਾਨ ਕਪੂਰਥਲਾ ਦੇ, ਪਟਿਆਲਾ ਦੇ, ਮੋਗਾ ਦੇ, ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਬਹੁਤ ਹੀ ਜ਼ਿਆਦਾ ਇਸ ਵੇਲੇ ਚਿੰਤਾ ਦੇ ਵਿੱਚ ਪਏ ਆ, ਕਿਉਂਕਿ ਕੱਟਣ ਵੱਢਣ ਦੀ ਕਗਾਰ ਤੇ ਸੀ ਇਸ ਵੇਲੇ ਕਣਕ ਔਰ ਇਹ 6 ਮਹੀਨੇ ਦੀ ਉਹਨਾਂ ਦੀ ਫਸਲ ਹੁੰਦੀ ਹੈ ਜਿਸ ਦੀ ਮਿਹਨਤ ਉਹਨਾਂ ਦੇ ਜਿਹੜੀ ਹੱਥਾਉਣੀ ਹੁੰਦੀ ਹੈ। ਪਰ ਹੁਣ ਇਹ ਤਸਵੀਰ ਦੇਖ ਕੇ ਉਹ ਚਿੰਤਾ ਦੇ ਵਿੱਚ ਨੇ ਔਰ ਅਜੇ ਵੀ ਬੱਦਲ ਜਿਹੜੇ ਨੇ ਪੂਰੇ ਬੱਦਲਵਾਈ ਹੈ ਕਿਤੇ ਕਿਤੇ ਔਰ ਕਿਧਰੇ ਕਿਧਰੇ ਤਾਂ ਬਰਸਾਤ ਪੈ ਰਹੀ ਹੈ ਕਾਫੀ, ਕਿਤੇ ਤੇਜ਼ ਬਰਸਾਤ ਹੈ, ਕਿਤੇ ਕਿਣਮਿਣ ਹੈ। ਪਰ ਮੌਸਮ ਜਿਹੜਾ तेज हवावां दे करके फसलों लई बेहद खराब है। कुल मिला के जेकर असीं गल करिए तां इह पंजाब दे विच वक्खो-वक्ख थाईं दा सारा आलम है, क्योंकि अन्नदाता ते हुण इह आफत कुदरत दी मार पै रही है। हालांकि किसान कुछ कह रहे ने कि सरकारां साडीआं कुछ मदद करन, पर किते ना किते 21 तरीक तक जेकर यह मौसम इस तरह खराब रहिंदा है तां काफ़ी ज़्यादा वड्डा नुकसान किसानां दा हो सकदा है। अमूमन तौर ते अगर असीं फसलां दी गल करिए
ਤਾਂ ਹਮੇਸ਼ਾ ਹੀ ਅਜਿਹੀ ਸਮੱਸਿਆ ਜਿਹੜੀ ਹੈ ਕਿਸਾਨਾਂ ਨੂੰ ਆਉਂਦੀ ਹੈ, ਕਿਉਂਕਿ ਕੁਦਰਤ ਜਿਹੜੀ ਹੈ ਉਹਨਾਂ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ। ਤਾਂ ਬਰਸਾਤ ਕਿਸੇ ਵੇਲੇ ਵੀ ਹੋ ਜਾਂਦੀ ਹੈ। ਹੁਣ ਕਿਸਾਨ ਦੱਸ ਰਹੇ ਸੀ ਕਿ ਹਾਲੇ ਥੋੜੇ ਸਮੇਂ ਪਹਿਲਾਂ ਪਾਣੀ ਲਾਇਆ ਤਾਂ ਉਸ ਤੋਂ ਬਾਅਦ ਹੁਣ ਫਿਰ ਤੋਂ ਬਰਸਾਤ ਹੋ ਗਈ ਹੈ, ਖੇਤ ਸੁੱਕ ਨਹੀਂ ਰਹੇ, ਇਸ ਕਰਕੇ ਪਰੇਸ਼ਾਨੀ ਹੀ ਪਰੇਸ਼ਾਨੀ ਹੈ ਔਰ ਅੱਗੇ ਵਸਤੇ ਜਿਹੜਾ ਨੁਕਸਾਨ ਹੈ ਉਹ ਬੇहद ਹੀ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਤਾਂ ਮੋਗਾ ਤੋਂ ਦੀਪਕ ਸਿੰਗਲਾ ਮੇਰੇ ਸਹਿਯੋਗੀ ਜੁੜ ਚੁੱਕੇ ਨੇ ਔਰ ਫਿਰੋਜ਼ਪੁਰ ਤੋਂ ਮਨਦੀਪ ਕੁਮਾਰ। ਦੀਪਕ, ਸਭ ਤੋਂ ਪਹਿਲਾਂ ਤੁਹਾਡਾ ਰੁਖ ਕਰਦੇ ਹਾਂ, ਮੋਗਾ ਦੇ ਵਿੱਚ ਕੀ ਕੁਝ ਮੌਸਮ ਕਹਿ ਰਿਹਾ ਹੈ? ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਕਿ ਅਜੇ ਵੀ ਬਰਸਾਤ ਹੋ ਰਹੀ ਹੈ ਔਰ ਫਸਲਾਂ ਖੇਤਾਂ ਦੀ ਹਾਲਤ ਦੀ ਗੱਲ ਕਰੀਏ ਤਾਂ ਕੀ ਕੁਝ ਹੈ? देखो गुरजोत, पंजाब भर ਦੇ ਵਿੱਚ ਜਿਹੜਾ ਮੌਸਮ ਨੇ ਮਿਜ਼ਾਜ ਬਦਲ ਲਿਆ ਔਰ 2 ਦਿਨ ਤੋਂ ਬਾਰਿਸ਼ ਪੈ ਰਹੀ ਹੈ। ਅਗਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਦੇ ਵਿੱਚ ਵੀ ਦੇਰ ਰਾਤ ਜਿਹੜੀ ਹੈ ਬਾਰਿਸ਼ ਪੈ ਰਹੀ ਸੀ, ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਕਿਸਾਨਾਂ ਦੀ ਚਿੰਤਾ ਵਧੀ ਹੈ। ਅਸੀਂ ਇਸ ਟਾਈਮ ਖੜੇ ਹਾਂ ਮੋਗਾ ਦੇ ਧੱਲੇ ਕੇ ਦੁੰਨੇ ਕੇ ਪਿੰਡ ਦੇ ਵਿੱਚ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਖੇਤਾਂ ਦੇ ਵਿੱਚ ਫਸਲ ਹੈ ਜਿਹੜੀ ਵਿਛੀ ਹੋਈ ਹੈ, ਕਿਉਂਕਿ ਪਹਿਲਾਂ ਕਿਸਾਨਾਂ ਨੂੰ ਚਿੰਤਾ ਸੀਗੀ ਕਿ ਇਸ ਵਾਰ ਜਿਹੜੀ ਗਰਮੀ ਹੈ ਉਹ ਪਹਿਲਾਂ ਪੈ ਗਈ ਸੀ, ਉਸ ਨੂੰ ਲੈ ਕੇ ਕਿਤੇ ਨਾ ਕਿਤੇ ਝਾੜ ਘੱਟ ਹੋਣ ਦੀ ਉਮੀਦ ਸੀ, ਪਰੇਸ਼ਾਨੀ ਸੀਗੀ। ਲੇਕਿਨ ਹੁਣ ਬਾਰਿਸ਼ ਨੇ ਜਿਹੜਾ ਹੋਰ ਲੋਕਾਂ ਨੂੰ ਕਿਸਾਨਾਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਗਿਆ, ਕਿਉਂਕਿ 21 ਤਰੀਕ ਤੱਕ ਮੌਸਮ ਦੱਸਿਆ ਜਾ ਰਿਹਾ ਇਸ ਤਰ੍ਹਾਂ ਹੀ ਰਹੇਗਾ। ਉਸ ਨੂੰ ਲੈ ਕੇ ਜਿਹੜੀਆਂ ਮੋਗਾ ਦੇ ਵਿੱਚ ਕਾਫੀ ਜਗ੍ਹਾ ਤੇ ਕਾਫੀ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਉਹ ਵਿਛ ਗਈਆਂ ਨੇ, ਕਾਫੀ ਫਸਲਾਂ ਜਿਹੜੀਆਂ ਖਰਾਬ ਹੋ ਗਈਆਂ ਨੇ। ਕਿਸਾਨਾਂ ਦੀ ਚਿੰਤਾ ਹੋਰ ਵੱਧ ਗਈ ਨੇ, ਕਿਉਂਕਿ ਇਸ ਬਾਰਿਸ਼ ਦੇ ਨਾਲ ਹੋਰ ਝਾੜ ਘਟੇਗਾ, ਕਿਉਂਕਿ ਬੇਮੌਸਮੀ ਬਾਰਿਸ਼ ਦੇ ਨਾਲ ਜਿਹੜਾ ਕਾਫੀ ਨੁਕਸਾਨ ਹੈ ਔਰ ਕਿਸਾਨਾਂ ਦੀ ਜਿਹੜੀ ਚਿੰਤਾ ਵੱਧ ਗਈ ਨੇ। ਕਿਸਾਨ ਵੀਰ ਨੇ ਸਾਡੇ ਨਾਲ, ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਖੇਤਾਂ ਦਾ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿਸ ਤਰ੍ਹਾਂ ਜਿਹੜੀ ਹੈ ਇੱਥੇ ਫਸਲ ਹੈ, ਜਿਹੜੀ ਕਣਕ ਦੀ ਫਸਲ ਹੈ ਜਿਹੜੀ ਉਹ ਵਿਛ ਗਈ ਹੈ। ਹਾਲਾਂਕਿ ਪੱਕਣ ਦੇ ਕਗਾਰ ਤੇ ਸੀਗੀ ਜਿਹੜੀ ਫਸਲ ਹੈ, ਕਿਉਂਕਿ ਵਿਸਾਖੀ ਤੇ ਵਾਢੀ ਹੁੰਦੀ ਹੈ, ਉਸ ਤੋਂ ਬਾਅਦ ਕਿਸਾਨ ਮੰਡੀਆਂ ਦੇ ਵਿੱਚ ਲੈ ਕੇ ਜਾਂਦੇ ਨੇ ਫਸਲ। ਲੇਕਿਨ ਜਿਸ ਤਰ੍ਹਾਂ ਫਸਲ ਵਿਛ ਗਈ ਹੈ, ਇਸ ਦਾ ਝਾੜ ਵੀ ਘਟੇਗਾ ਔਰ ਦਾਣਾ ਵੀ ਹੋ ਸਕਦਾ ਹੈ ਸੁੰਗੜ ਜਾਵੇ। ਕਿਸਾਨਾਂ ਨੂੰ ਪੁੱਛ ਲੈਂਦੇ ਆ ਕਿਸ ਤਰ੍ਹਾਂ ਦਾ ਅਸਰ ਪਏਗਾ ਇਹਨਾਂ ਤੇ, ਇਸ ਫਸਲ ਤੇ, ਕਿਉਂਕਿ ਬਹੁਤ ਜਲਦੀ ਜਿਹੜੀ ਹੈ ਮੰਡੀਆਂ ਦੇ ਵਿੱਚ ਜਾਣੀ ਸੀ। ਹਾਲਾਂਕਿ ਸਰਕਾਰੀ ਖਰੀਦ ਵੀ ਜਲਦੀ ਸ਼ੁਰੂ ਹੋ ਜਾਂਦੀ ਹੈ, ਲੇਕਿਨ ਵਿਸਾਖੀ ਦੇ ਦਿਨ ਜਿਹੜੀ ਹੈ ਵਾਢੀ ਕਰਕੇ ਮੰਡੀਆਂ 'ਚ ਲੈ ਕੇ ਜਾਂਦੇ ਆ ਕਿਸਾਨ ਵੀਰ। ਇਹਨਾਂ ਨਾਲ ਗੱਲ ਕਰ ਲੈਂਦੇ ਆ। ਬਲੌਰ ਜੀ, ਕਿੰਨਾ ਕੁ ਨੁਕਸਾਨ ਹੈ ਇਹ ਬੇਮੌਸਮੀ ਬਾਰਿਸ਼ ਨਾਲ, ਕਿੰਨਾ ਕੁ ਫਰਕ ਪੈ ਰਿਹਾ? ਇਹ ਜਿਹੜੀ ਬੇਮੌਸਮੀ ਬਾਰਿਸ਼ ਹੋਈ ਹੈ ਇਹਦਾ ਕਿਸਾਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੈ। ਜਿਹੜੀਆਂ ਕਣਕਾਂ ਜਿਹੜੀਆਂ ਹੈਗੀਆਂ ਨੇ ਇਸ ਵੇਲੇ ਜੋ ਡਿੱਗ ਪਈਆਂ ਨੇ, ਆ ਤੁਹਾਡੇ ਸਾਹਮਣੇ ਹੈਗੀਆਂ ਜਿਹੜੀਆਂ ਕਣਕਾਂ ਡਿੱਗ ਪਈਆਂ, ਇਹਨਾਂ ਨੇ ਹੁਣ ਉੱਠਣਾ ਨਹੀਂਗਾ। ਇਹਦਾ ਦਾਣਾ ਜਿਹੜਾ ਹੈਗਾ ਉਹ ਇੱਥੇ ਹੀ ਸੁੱਕ ਜਾਣਾ ਹੈਗਾ, ਦਾਣੇ ਛੋਟੇ ਬਣਨਗੇ, ਇਸ ਕਰਕੇ ਝਾੜ ਜਿਹੜਾ ਇਹਦਾ ਘਟਣਾ ਹੀ ਘਟਣਾ ਹੈ। ਦੂਜਾ ਹੈਗਾ ਇਹਨੂੰ ਚੂਹਾ ਬਹੁਤ ਪਊਗਾ ਹੁਣ ਡਿੱਗੀ ਹੋਈ ਕਣਕ ਨੂੰ। ਤੀਸਰਾ ਹੈਗਾ ਇਹਨਾਂ ਦੀ ਤੂੜੀ ਵੀ ਘੱਟ ਬਣਨੀ ਹੈ। ਵੀ ਹੁਣ ਮੀਂਹ ਦਾ ਕੋਈ ਫਾਇਦਾ ਨਹੀਂ, ਇਹਦਾ ਨੁਕਸਾਨ ਹੀ ਨੁਕਸਾਨ ਹੈ। ਇੱਥੇ ਦਾ ਇਕੱਲਾ ਮੀਂਹ ਪਿਆ ਹੈਗਾ, ਜੋ ਹਨੇਰੀ ਵਗੀ ਹੈਗੀ ਉਹਦੇ ਨਾਲ ਜੋ ਕੁਝ ਹੋ ਰਿਹਾ ਹੈਗਾ, ਤੇ ਬਹੁਤ ਥਾਵਾਂ ਤੇ ਗੜੇ ਵੀ ਪਏ ਨੇ। ਕਣਕਾਂ ਦਾ ਬਹੁਤ ਬੁਰਾ ਹਾਲ ਹੈ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈਗਾ ਜਿੱਥੇ ਵੀ ਕਣਕਾਂ ਦੀਆਂ ਡਿੱਗੀਆਂ ਨੇ, ਜਿੱਥੇ ਵੀ ਕਣਕਾਂ ਦਾ ਨੁਕਸਾਨ ਹੋਇਆ, ਉਹਦੀ ਗਰਦੌਰੀ ਕਰਕੇ ਜਿਹੜਾ ਹੈਗਾ ਕਿਸਾਨਾਂ ਦੀ ਜਿਹੜੀ ਹੈ ਕੋਈ ਸਹਾਇਤਾ ਕਰਨੀ ਚਾਹੀਦੀ ਹੈਗੀ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਫੌਰੀ ਗਰਦੌਰੀਆਂ ਦਾ ਜਿਹੜਾ ਐਲਾਨ ਕਰਕੇ ਜਿਹੜਾ ਹੈਗਾ ਉਹ ਕਿਸਾਨਾਂ ਨੂੰ ਜਿਹੜਾ ਹੈਗਾ ਯੋਗ ਮੁਆਵਜ਼ਾ ਦਿੱਤਾ ਜਾਵੇ। ਬਲੌਰ ਜੀ, ਕਿੰਨੀ ਕੁ ਫਸਲ ਹੈ, ਕਿੰਨੀ ਕੁ ਤੁਹਾਡੀ ਫਸਲ ਹੈ ਜਿਹੜੀ ਖਰਾਬ ਹੋ ਗਈ, ਵਿਛ ਗਈ ਹੈ? ਮੇਰੇ ਤਾਂ 3-4 ਕਿੱਲੇ ਤੁਹਾਡੇ ਸਾਹਮਣੇ ਹੈਗੇ, ਜਮਾ ਮਤਲਬ ਵਿਛੀ ਪਈ ਹੈ ਕਣਕ, ਇਹਦੇ ਕੋਈ ਉਹਨੇ ਦੁਬਾਰੇ ਉੱਠਣਾ ਨਹੀਂਗਾ ਹੁਣ। ਤੇ ਇਹ ਜਿਹੜੀ ਹੈਗੀ ਆ ਅਪ੍ਰੈਲ ਦੇ ਜਿਹੜੇ ਪਹਿਲੇ ਹਫ਼ਤੇ ਜਿਹੜੀ ਹੈਗੀ ਆ ਵੱਢਣ ਵਾਲੀ ਹੈਗੀ ਆ, ਤੇ ਇਹ ਜਿਹੜੀ ਆ ਕਣਕ ਇੱਥੇ ਜਿਹੜੇ ਦਾਣੇ ਹੈਗੇ ਤੇ ਸੁੰਗੜ ਜਾਣੇ ਹੈਗੇ। ਜੋ ਦਾਣੇ ਸੁੰਗੜ ਕੇ ਝਾੜ ਘਟ ਜਾਣਾ ਹੈਗਾ, ਇਹਦੇ ਝਾੜ 'ਚ ਬਹੁਤ ਜ਼ਿਆਦਾ ਫਰਕ ਪੈਣਾ ਹੈਗਾ। ਬਾਕੀ ਹੈਗਾ ਚੂਹਾ ਲੱਗ ਜਾਣਾ ਹੈਗਾ, ਚੂਹੇ ਨਾਲ ਜਿਹੜੀ ਹੈਗੀ ਕਣਕ ਜਿਹੜੀ ਹੈਗੀ ਬਹੁਤ ਜ਼ਿਆਦਾ ਨੁਕਸਾਨ ਹੋਣਾ ਹੈ। ਇਸ ਤੋਂ ਪਹਿਲਾਂ ਵੀ ਚਿੰਤਾ ਵੱਧ ਗਈ ਸੀ ਕਿ ਗਰਮੀ ਜ਼ਿਆਦਾ ਪੈ ਰਹੀ ਸੀ, ਉਹਦੇ ਨਾਲ ਵੀ ਲੱਗ ਰਿਹਾ ਸੀਗਾ ਕਿ ਝਾੜ ਘਟੂਗਾ। ਪਹਿਲਾਂ ਜਿਵੇਂ ਮੌਸਮ ਦੀ ਗਰਮੀ ਸੀਗੀ, ਜਦ ਜਿੰਨੀ ਜ਼ਿਆਦਾ ਗਰਮੀ ਪੈਂਦੀ ਆ ਉਨਾ ਹੀ ਝਾੜ ਘਟ ਜਾਂਦਾ। ਪਿਛਲੀ ਵਾਰ ਵੀ ਅਖੀਰ ਤੇ ਆਣ ਕੇ ਜਿਹੜੀ ਗਰਮੀ ਪੈਣ ਦੇ ਨਾਲ ਝਾੜ ਜਿਹੜੇ ਹੈਗੇ ਆ ਉਹ ਕਣਕਾਂ ਦੇ 25-30 ਜਿਹੜਾ ਹੈਗਾ ਮਣ ਹੀ ਰਹਿ ਗਿਆ ਸੀ ਕਿੱਲੇ ਦਾ। ਇਸ ਵਾਰ ਵੀ ਜਿਹੜਾ ਹੈਗਾ ਜੇ ਗਰਮੀ ਇਸੇ ਤਰ੍ਹਾਂ ਦੀ ਤਾਂ ਵੀ ਝਾੜ ਘਟ ਜਾਣਾ ਸੀ, 25-30 ਮਣ ਜਾਣਾ। ਹੁਣ ਜਿਹੜੀ ਡਿੱਗ ਪਈ ਹੈਗੀ ਹੈ ਇਹਦੇ ਨਾਲ ਵੀ ਝਾੜ ਬਹੁਤ ਜ਼ਿਆਦਾ ਘਟ ਜਾਣਾ ਹੈਗਾ। ਕੁਦਰਤ ਦੀ ਮਾਰ ਦੋਨਾਂ ਪਾਸੇ ਪੈ ਰਹੀ ਹੈ, ਕਿਉਂਕਿ ਅਗਰ ਗਰਮੀ ਜ਼ਿਆਦਾ ਹੁੰਦੀ ਤਾਂ ਵੀ ਝਾੜ ਘਟਣਾ ਸੀ, ਹੁਣ ਬਾਰਿਸ਼ ਹੋ ਗਈ ਹੈ ਤਾਂ ਵੀ ਝਾੜ ਘਟਣਾ ਹੈ। ਵੀਰ ਜੀ, ਤੁਸੀਂ ਕੀ ਕਹੋਗੇ, ਕਿੰਨੀ ਕੁ ਫਸਲ ਖਰਾਬ ਹੋ ਗਈ ਹੈ ਜਿਹੜਾ ਬੇਮੌਸਮੀ ਬਾਰਿਸ਼ ਕਰਕੇ? ਇਹਦੇ ਨਾਲ ਜੀ 50% ਫਸਲ ਖਰਾਬ ਹੋ ਗਈ, 50% ਝਾੜ ਘਟੂਗਾ। ਜਿਹੜੀ ਬੇਮੌਸਮੀ ਬਾਰਿਸ਼ ਆ ਤੇ ਪਹਿਲਾਂ ਗਰਮੀ ਪੈ ਗਈ ਹੈ ਉਹਦੇ ਨਾਲ, ਤੇ ਹੁਣ ਜਿਹੜੀ ਬਾਰਿਸ਼ ਹੋਈ ਆ ਉਹਦੇ ਨਾਲ ਜਿਹੜੀ ਗੜੇਮਾਰੀ ਹੋਈ ਵੀ ਆ ਉਹਦੇ ਉਦੋਂ ਵੀ ਜ਼ਿਆਦਾ ਝਾੜ ਘਟੂਗਾ। ਬਾਰਿਸ਼ ਕਿੰਨੀ ਕੁ ਹੋਈ, ਕਿੰਨੀ ਕੁ ਬਾਰਿਸ਼ ਦੇ ਨਾਲ ਕਿੰਨਾ ਕੁ ਫਰਕ ਪੈ ਗਿਆ? ਬਾਰਿਸ਼ ਦੇ ਨਾਲ ਜੀ 50% ਤੱਕ ਝਾੜ ਘਟਣ ਦੀ ਸੰਭਾਵਨਾ। ਬਾਰਿਸ਼ ਦਾ ਪਾਣੀ ਥੱਲੇ ਖੜਾ ਜੀ, ਹਜੇ ਤੱਕ ਤਾਂ ਉਹੀ ਨਹੀਂ ਸੁੱਕਿਆਗਾ, ਇਹਦੀਆਂ ਜੜ੍ਹਾਂ ਹਿੱਲ ਗਈਆਂ, ਉਹਦੇ ਨਾਲ ਇਹਨੂੰ ਤਾਕਤ ਨਹੀਂ ਮਿਲਣੀ ਗੀ, ਉਹ ਦਾਣਾ ਬਰੀਕ ਹੋ ਜਾਣਾ ਤੇ ਉਹਦੇ ਨਾਲ ਅੱਧੋ ਜ਼ਿਆਦਾ ਇਹਦਾ ਝਾੜ ਘਟ ਜਾਣਾ। ਇਹ ਫਿਰ ਇਦਾਂ ਹੀ ਕੱਟੋਗੇ ਜੀ? ਹਾਂਜੀ, ਇਦਾਂ ਹੀ ਕੱਟਣੀ ਪੈਣੀ ਹੈ ਜੀ। ਹੁਣ ਇਹਦਾ ਕੋਈ ਹੋਰ ਹੱਲ ਨਹੀਂ ਗਾ, ਨਾ ਤਾਂ ਇਹ ਉੱਠਣੀ ਹੈ ਤੇ ਨਾ ਹੀ ਇਹਦਾ ਕੋਈ ਹੋਰ ਹੱਲ ਹੋਣਾ ਹੈ, ਬਸ ਐਂ ਪੱਕ ਜਾਣੀ ਹੈ। ਤੁਹਾਡੀ ਕਿੰਨੀ ਫਸਲ ਸੀਗੀ ਜਿਹੜੀ? ਮੇਰੇ 5-6 ਕਿੱਲੇ ਹੈ ਜੀ, 5-6 ਕਿੱਲੇ ਜਮਾਂ ਡਿੱਗ ਪਏ ਆ ਤੇ ਠੀਕ ਹੈ ਦੀਪਕ, ਇਸੇ ਦਾ ਕਈ ਉਹਦਾ ਨੁਕਸਾਨ ਹੋਇਆ।
ਬਿਲਕੁਲ ਗੁਰਜੋਤ, ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਦੀ ਜਿਹੜੀ ਹੈ ਪਰੇਸ਼ਾਨੀ ਲਗਾਤਾਰ ਵੱਧ ਰਹੀ ਹੈ, ਕਿਉਂਕਿ ਅਗਰ ਗਰਮੀ ਜ਼ਿਆਦਾ ਪੈਂਦੀ ਹੈ ਤਾਂ ਵੀ ਪਰੇਸ਼ਾਨੀ ਹੈ, ਅਗਰ ਮੌਸਮ ਇਸ ਤਰ੍ਹਾਂ ਦਾ ਰਹਿੰਦਾ, ਕਿਉਂਕਿ 21 ਤਰੀਕ ਤੱਕ ਮੌਸਮ ਇਸ ਤਰ੍ਹਾਂ ਦਾ ਹੀ ਰਹੇਗਾ ਜਿਹੜਾ ਮੌਸਮ ਵਿਭਾਗ ਦਾ ਕਹਿਣਾ ਹੈ, ਔਰ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਕਿਸਾਨ ਕਾਫੀ ਪਰੇਸ਼ਾਨ ਨੇ, ਕਿਉਂਕਿ ਅਗਰ ਬਾਰਿਸ਼ ਹੋਰ ਹੁੰਦੀ ਹੈ ਤਾਂ ਹੋਰ ਫਸਲਾਂ ਦਾ ਨੁਕਸਾਨ ਹੋਏਗਾ ਗੁਰਜੋਤ। ਬਿਲਕੁਲ ਹਾਲਾਤ ਜਿਹੜੇ ਨੇ ਉਹ ਚਿੰਤਾਜਨਕ ਨੇ। ਕਿਸਾਨ ਕਹਿ ਰਹੇ ਨੇ ਕਿ 50% ਤੱਕ ਝਾੜ ਘਟ ਸਕਦਾ ਹੈ। ਤਾਂ ਚਰਨਜੀਤ ਕੌਸ਼ਲ ਵੀ ਸੰਗਰੂਰ ਤੋਂ ਸਾਡੇ ਨਾਲ ਲਾਈਵ ਮੌਜੂਦ ਨੇ, ਉਹਨਾਂ ਦੇ ਵੱਲ ਰੁਕ ਕਰਾਂਗੇ, ਪਰ ਪਹਿਲਾਂ ਫਿਰੋਜ਼ਪੁਰ ਦਾ ਰੁਕ ਕਰ ਲੈਂਦੇ ਆ। ਮਨਦੀਪ ਕੁਮਾਰ ਸਾਡੇ ਨਾਲ ਨੇ, ਔਰ ਦੀਪਕ ਤੁਸੀਂ ਤਸਵੀਰਾਂ ਜ਼ਰੂਰ ਦਿਖਾਉਂਦੇ ਰਹੋ ਕਿ ਕਿਸ ਕਿਸਮ ਦੇ ਨਾਲ ਫਸਲਾਂ ਜਿਹੜੀਆਂ ਨੇ ਉਹ ਖੇਤਾਂ 'ਚ ਵਿਛੀਆਂ ਹੋਈਆਂ ਨੇ। ਮਨਦੀਪ, ਫਿਰੋਜ਼ਪੁਰ ਦੇ ਵਿੱਚ ਮੌਸਮ ਕਿਸ ਤਰੀਕੇ ਦਾ ਹੈ? ਕੀ ਇੱਥੇ ਗੜੇਮਾਰੀ ਹੋਈ ਹੈ, ਤੇਜ਼ ਹਨੇਰੀ ਹੈ, ਔਰ ਕਿੰਨਾ ਕੁ ਨੁਕਸਾਨ ਹੋ ਰਿਹਾ ਹੈ ਫਸਲਾਂ ਦਾ? ਜੀ ਗੁਰਜੋਤ, ਜੇ ਗੱਲ ਕਰੀਏ ਤੇ ਜੋ ਹਾਲਾਤ ਮੋਗਾ ਦੇ ਨੇ ਉਹੀ ਫਿਰੋਜ਼ਪੁਰ ਦੇ ਨੇ, ਔਰ ਫਿਰੋਜ਼ਪੁਰ ਦੇ ਵਿੱਚ ਬਾਰਿਸ਼ ਹੋਣ ਦੇ ਨਾਲ ਕਿਸਾਨਾਂ ਦੀ ਫਸਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਖੇਤਾਂ ਦੇ ਵਿੱਚ ਵਿਛ ਗਈ ਹੈ, ਕਿਉਂਕਿ ਬਾਰਿਸ਼ ਹੋਈ ਉਸ ਦੇ ਨਾਲ ਤੇਜ਼ ਹਨੇਰੀ ਚੱਲੀ, ਜਿਸ ਦੇ ਨਾਲ ਫਸਲ ਬਿਲਕੁਲ ਖੇਤਾਂ ਦੇ ਵਿੱਚ ਵਿਛ ਗਈ, ਕਿਉਂਕਿ ਹੁਣ ਫਸਲ ਬਿਲਕੁਲ ਤਿਆਰ ਹੋ ਰਹੀ ਸੀ ਔਰ 13 ਅਪ੍ਰੈਲ ਦੇ ਨਜ਼ਦੀਕ ਇਹ ਜਿਹੜਾ ਕੱਟਣ ਹੀ ਜਾ ਰਿਹਾ ਸੀ ਕਿਸਾਨ। ਇਸ ਕਿਸਾਨ ਨੂੰ ਜਿਹੜਾ ਅੰਨਦਾਤਾ ਕਿਹਾ ਜਾਂਦਾ ਹੈ, ਪਰ ਕਿਤੇ ਨਾ ਕਿਤੇ ਉਸ ਪਰਮਾਤਮਾ ਤੇ ਵੀ ਆ ਕੇ ਜਦੋਂ ਗੱਲ ਟਿਕ ਜਾਂਦੀ ਹੈ ਤੇ ਫਿਰ ਇਹ ਸਭ ਦੇਖਣਾ ਪੈਂਦਾ ਹੈ, ਮੰਨਣਾ ਪੈਂਦਾ ਹੈ। ਅੰਨਦਾਤਾ ਜ਼ਰੂਰ ਕਿਸਾਨ ਪਰੇਸ਼ਾਨ ਹੈ ਇਸ ਟਾਈਮ ਔਰ ਕੁਦਰਤ ਦੀ ਮਾਰ ਝੇਲ ਰਿਹਾ ਹੈ, ਔਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਫਿਰੋਜ਼ਪੁਰ ਦੇ ਵਿੱਚ ਵੀ ਜਿਹੜਾ ਸਰਹੱਦੀ ਇਲਾਕਾ ਫਿਰੋਜ਼ਪੁਰ ਹੈ, ਇੱਥੇ ਵੀ ਕਾਫੀ ਫਸਲਾਂ ਦਾ ਨੁਕਸਾਨ ਹੋਇਆ ਹੈ। ਕਿਸਾਨ ਚਿੰਤਿਤ ਨੇ, ਕਿਉਂਕਿ ਉਹਨਾਂ ਨੂੰ ਸੀਗਾ ਕਿ ਇਸ ਵਾਰ ਜਿਹੜੀ ਹੈ ਝਾੜ ਚੰਗਾ ਨਿਕਲੇਗਾ, ਕਿਉਂਕਿ ਫਸਲ ਦੇ ਅਨੁਸਾਰ ਹੀ ਮੌਸਮ ਸੀ ਔਰ ਫਸਲ ਚੰਗੀ ਹੋਣ ਦਾ, ਤੂੜੀ ਚੰਗੀ ਹੋਣ ਦਾ ਅਨੁਮਾਨ ਜਿਹੜਾ ਕਿਸਾਨਾਂ ਵੱਲੋਂ ਲਗਾਇਆ ਜਾ ਰਿਹਾ ਸੀ। ਪਰ ਇਸ ਸਮੇਂ ਦਾ ਜਿਹੜਾ ਮੌਸਮ ਹੈ, ਇਸ ਸਮੇਂ ਨੇ ਜਿਹੜਾ ਇੱਕ ਵਾਰ ਫਿਰ ਕਿਸਾਨਾਂ ਨੂੰ ਚਿੰਤਾ ਤੇ ਪਾ ਦਿੱਤਾ ਹੈ। ਕਿਸਾਨਾਂ ਦੀ ਫਸਲ ਜਿਹੜੀ ਹੈ ਉਹ ਕਾਫੀ ਜਿਹੜੀ ਹੈ ਖਰਾਬ ਹੋ ਚੁੱਕੀ ਹੈ। ਮੇਰੇ ਨਾਲ ਇੱਥੇ ਕਿਸਾਨ ਵੀ ਨੇ, ਉਹਨਾਂ ਨਾਲ ਗੱਲ ਕਰਾਂਗੇ ਕਿ ਕੀ ਕਹਿਣਾ ਹੈ ਉਹਨਾਂ ਦਾ, ਕਿ ਹੁਣ ਜਿਹੜੇ ਮੌਸਮ ਦੇ ਹਾਲਾਤ ਨੇ ਜਾਂ ਜੋ ਬਾਰਿਸ਼ ਹੋਈ ਹੈ ਉਹਦੇ ਨਾਲ ਕਿੰਨਾ ਕੁ ਨੁਕਸਾਨ ਹੋਇਆ। ਦੇਖੋ ਜੀ, ਤੁਹਾਡੇ ਸਾਹਮਣੇ ਆ ਕਿ ਜਿਹੜਾ ਫਸਲ ਦਾ ਕਣਕ ਦਾ ਬਹੁਤ ਜ਼ਿਆਦਾ ਨੁਕਸਾਨ ਆ ਜੀ। ਐਗਤੀ ਜ਼ਿਮੀਂਦਾਰ ਨੂੰ ਬਹੁਤ ਆਸ ਸੀਗੀ, ਕਣਕਾਂ ਬਹੁਤ ਚੰਗੀਆਂ ਸੀਗੀਆਂ ਕਿ ਚੰਗਾ ਝਾੜ ਮਿਲੇਗਾ, ਚੰਗਾ ਮੁਨਾਫਾ ਮਿਲੇਗਾ। ਬਾਕੀ ਕੁਦਰਤ ਦੀ ਮਾਰ ਵੇਖੋ ਤੁਹਾਡੇ ਸਾਹਮਣੇ ਅੱਜ ਫਸਲ ਦੇ ਬਿਲਕੁਲ ਕੁਝ ਨਹੀਂ ਪੱਲੇ ਰਹਿ ਗਿਆ। ਬਹੁਤ ਜ਼ਿਆਦਾ ਨੁਕਸਾਨ ਹੋਇਆ ਪਿਆ ਫਸਲ ਦਾ, ਤੇ ਜ਼ਿਮੀਂਦਾਰ ਦੀ ਆਸ ਹੈ ਉਹ ਖਤਮ ਹੋ ਚੁੱਕੀ ਹੈ ਜੀ। ਤੂੜੀ ਦਾ ਬਹੁਤ ਨੁਕਸਾਨ ਹੈ ਜੀ। ਨਹੀਂ, ਪਹਿਲਾਂ ਕੀ ਲੱਗਦਾ ਸੀਗਾ ਕਿ ਕਿਸ ਤਰ੍ਹਾਂ ਦਾ ਮੌਸਮ ਸੀਗਾ, ਹੁਣ ਜਿਹੜੀ ਬਾਰਿਸ਼ ਹੋਈ ਹੈ ਉਹਦੇ ਨਾਲ ਕਿੰਨਾ ਕੁ ਨੁਕਸਾਨ ਹੋਇਆ ਕਿਸਾਨ ਦਾ? ਤਕਰੀਬਨ ਤੁਹਾਡੇ ਸਾਹਮਣੇ ਜੀ ਬੜੀ ਮਿਹਨਤ ਸੀਗੀ, ਅੱਜ ਮੌਸਮ ਚੰਗੇ ਰਿਹਾ ਸੀ, ਠੰਡ ਪਈ ਸੀ, ਕਣਕ ਬਹੁਤ ਵਧੀਆ ਖੜੀ ਸੀਗੀ। ਬਾਕੀ ਆ ਜਿਹੜੀ ਹਨੇਰੀ ਜਾਂ ਮੌਸਮ ਮੀਂਹ ਦਾ ਹੋਇਆ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ, ਤੇ ਕਣਕ ਸਾਰੀ ਡਿੱਗ ਕੇ ਤਬਾਹ ਹੋ ਗਈ ਹੈ ਜੀ। ਬਾਪੂ ਜੀ, ਕੀ ਹੁਣ ਜਿਹੜੀ ਫਸਲ ਡਿੱਗੀ ਪਈ ਹੈ, ਕੀ ਇਹਦਾ ਪਹਿਲਾਂ ਜਿਵੇਂ ਸਿੱਟਾ ਪਿਆ, ਜਿਵੇਂ ਕੀ ਹੁਣ ਕੀ ਉਦੋਂ ਦਾਣਾ ਹੀ ਮੋਟਾ ਜੀ, ਤੇ ਹੁਣ ਦਾਣਾ ਬਿਲਕੁਲ ਬਰੀਕ ਪੈ ਜਾਣਾ, ਸੌਂਫ ਵਗੈਰਾ, ਤੇ ਦਾਣੇ ਦੇ ਪੱਲੇ ਕੱਖ ਨਹੀਂ ਰਹਿ ਗਿਆ। ਇਹ ਤਾਂ ਹੁਣ ਬਸ ਤੂੜੀ ਹੈਗੀ ਏ, ਉਹ ਵੀ ਅੱਧੀ ਬੰਨੀ ਅੱਧੀ ਨਹੀਂ ਬੰਨੀ, ਖੇਤਾਂ ਵਿੱਚ ਹੀ ਬਸ ਕਿਰਨੀ। ਹੁਣ ਜਿਵੇਂ ਕੇਂਦਰ ਸਰਕਾਰ ਨੇ ਪਿਛਲੀ ਵਾਰੀ ਵੀ ਵਾਅਦਾ ਕੀਤਾ ਸੀਗਾ ਕਿ ਜ਼ਿਮੀਂਦਾਰ ਦੀ ਕਣਕ ਨਹੀਂ ਚੱਕੀ, ਕਿ ਦਾਣਾ ਬਰੀਕ ਹੋ ਗਿਆ ਕਣਕ ਦਾ, ਉਸੇ ਤਰ੍ਹਾਂ ਇਹ ਵੀ ਹੁਣ ਦਾਣਾ ਬਰੀਕ ਪੈ ਜਾਣਾ ਹੈ। ਸਰਕਾਰ ਫਿਰ ਕਹਿੰਦੀ ਹੈ ਕਿ ਦਾਣਾ ਬਰੀਕ, ਜ਼ਿਮੀਂਦਾਰ ਦਾ ਵਿਚਾਰਾ ਕੀ ਕਰੇ ਇੱਥੇ। ਇਹ ਕੁਦਰਤ ਦੀ ਮਾਰ ਇੱਕ ਹਿਸਾਬ ਨਾਲ ਕਹਿ ਸਕਦੇ ਆਪਾਂ। ਤੁਹਾਡੀ ਮੰਗ ਕੀ ਹੈ, ਤੁਸੀਂ ਕੀ ਕਹਿਣਾ ਕੀ ਚਾਹੁੰਦੇ ਹੋ? ਅਸੀਂ ਇਹੀ ਮੰਗ ਹੈ ਕਿ ਸਾਡੀ ਫਸਲ ਸਹੀ ਤਰ੍ਹਾਂ ਚੱਕੀ ਜਾਵੇ, ਸਰਕਾਰ ਜੋ ਫਸਲ ਸਾਡੇ ਨੁਕਸਾਨ ਹੋਇਆ ਉਹਦਾ ਸਰਵਾ ਕਰੇ, ਜੋ ਬਣਦਾ ਮੁਆਵਜ਼ਾ ਹੁਣ ਦਿੱਤਾ ਜਾਵੇ। ਜੇ ਹੁਣ ਬਾਰਿਸ਼ ਹੁੰਦੀ ਹੈ ਤੇ ਫਿਰ ਕੀ ਹਾਲਾਤ ਹੋਰ ਖਰਾਬ ਹੋਣਗੇ, ਜਾਂ ਮੌਸਮ ਖੁੱਲਦਾ ਤੇ ਕੋਈ ਫਸਲ ਨੂੰ ਫਰਕ ਪਏਗਾ? ਨਹੀਂ, ਬਿਲਕੁਲ ਖਰਾਬ ਹੋਣਗੇ, ਕਿਉਂਕਿ ਨੁਕਸਾਨ ਜਿਹੜਾ ਹੋ ਗਿਆ ਜੀ। ਹੁਣ ਜ਼ਿਆਦਾ ਹੋਰ ਨੁਕਸਾਨ ਹੋ ਸਕਦਾ ਹੈ ਜੀ, ਫਸਲ ਕਿਉਂਕਿ ਫਸਲ ਡਿੱਗ ਪਈ ਆਪਣੀ ਸਾਰੀ, ਤਕਰੀਬਨ ਸਾਰਾ ਨੁਕਸਾਨ ਹੋ ਚੁੱਕਾ ਜੀ। ਬਿਲਕੁਲ ਗੁਰਜੋਤ, ਕਿਸਾਨਾਂ ਦਾ ਬਹੁਤ ਪਰੇਸ਼ਾਨ ਨੇ। ਉਹਨਾਂ ਦਾ ਕਹਿਣਾ ਕਿ ਇਸ ਮੌਸਮ ਦੇ ਕਾਰਨ ਜਿਹੜਾ ਕਿਸਾਨਾਂ ਦਾ ਕਾਫੀ ਨੁਕਸਾਨ ਜਿਹੜਾ ਹੋ ਚੁੱਕਿਆ ਹੈ, ਔਰ ਇਸ ਅੰਨਦਾਤਾ ਜੋ ਫਸਲਾਂ ਨੂੰ ਪੈਦਾ ਕਰਦਾ ਔਰ ਲੋਕਾਂ ਦਾ, ਆਮ ਜਨਤਾ ਦਾ ਪੇਟ ਭਰਦਾ ਹੈ, ਪਰ ਕਿਤੇ ਨਾ ਕਿਤੇ ਕੁਦਰਤ ਦੀ ਮਾਰ, ਇਸ ਜਿਹੜੀ ਦੂਸਰੇ ਦਾਤਾ ਦੀ, ਜਿਹੜੀ ਪਰਮਾਤਮਾ ਜਿਸ ਨੂੰ ਕਹਿੰਦੇ ਆ, ਉਸ ਦੀ ਮਾਰ ਇਸ ਵਾਰ ਕਿਸਾਨਾਂ ਨੂੰ ਫਿਰ ਇੱਕ ਇਹੋ ਜਿਹੀ ਪਈ ਹੈ ਕਿ ਕਿਸਾਨ ਬਹੁਤ ਜ਼ਿਆਦਾ ਪਰੇਸ਼ਾਨ ਹੈ। ਜੀ ਗੁਰਜੋਤ ਜੀ, ਬਿਲਕੁਲ ਪਰੇਸ਼ਾਨੀ ਦਾ ਆਲਮ ਹੈ, ਔਰ ਤਸਵੀਰਾਂ ਤੁਸੀਂ ਦਿਖਾਉਂਦੇ ਰਹੋ ਮਨਦੀਪ ਫਿਰੋਜ਼ਪੁਰ ਦੇ ਖੇਤਾਂ ਦੀਆਂ, ਔਰ ਮੋਗਾ ਦੇ ਵਿੱਚ ਵੀ ਦੀਪਕ ਲਗਾਤਾਰ ਸਾਨੂੰ ਤਸਵੀਰਾਂ ਦਿਖਾ ਰਹੇ ਨੇ, ਇਸੇ ਤਰ੍ਹਾਂ ਦਿਖਾਉਂਦੇ ਰਹੋ। ਸੰਗਰੂਰ ਦਾ ਰੁਖ ਕਰ ਲੈਂਦੇ ਆ, ਚਰਨਜੀਤ ਦਾ ਰੁਖ ਕਰ ਲੈਂਦੇ ਆ। ਚਰਨਜੀਤ, ਕਿਸ ਤਰੀਕੇ ਦੀ ਸਥਿਤੀ ਹੈ ਸੰਗਰੂਰ ਦੇ ਵਿੱਚ, ਕਿੰਨੀ ਕੁ ਬਰਸਾਤ ਪੈ ਰਹੀ ਹੈ, ਔਰ ਫਸਲਾਂ ਦੀ ਜੇਕਰ ਗੱਲ ਕਰੀਏ ਤਾਂ ਇਸ ਵੇਲੇ ਮੌਜੂਦਾ ਸਥਿਤੀ ਕੀ ਕਹਿ ਰਹੀ ਹੈ?
ਬਿਲਕੁਲ ਬਿਲਕੁਲ ਤੁਹਾਨੂੰ ਗੁਰਜੋਤ ਦਿਖਾ ਦੇ ਜਿਹੜਾ ਬੇਮੌਸਮੀ ਬਰਸਾਤ ਹੋਈ ਆ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਕਿਸਾਨਾਂ ਦਾ ਫਸਲਾਂ ਦਾ ਨੁਕਸਾਨ ਹੋਇਆ, ਕਿਉਂਕਿ ਜਿਹੜੀ ਕਣਕ ਦੀ ਫਸਲ ਸੀ ਬਿਲਕੁਲ ਪੱਕਣ ਕਿਨਾਰੇ ਸੀ। ਜਿਹੜਾ ਫਸਲਾਂ ਦਾ ਰੰਗ ਆ ਹੁਣ ਪੀਲਾ ਹੋ ਰਿਹਾ ਸੀ, ਕਿਉਂਕਿ ਕੁਝ ਹੀ ਸਮੇਂ ਬਾਅਦ ਜਿਹੜੀ ਕਿਸਾਨਾਂ ਦੀ ਫਸਲ ਆ ਪੱਕਣ ਦੇ ਕਿਨਾਰੇ ਸੀ। ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਜਿਹੜੀ ਬੱਲੀ ਆ ਬੱਲੀ ਬਿਲਕੁਲ ਬਣ ਚੁੱਕੀ ਹੈ। ਇਹ ਕਣਕ ਨੇ ਹੁਣ ਜਿਹੜੇ ਦਾਣੇ ਨੇ ਦਾਣੇ ਪੱਕਣੇ ਸ਼ੁਰੂ ਹੋਣੇ ਸੀ, ਪਰ ਬੇਮੌਸਮੀ ਬਰਸਾਤ ਹੋਣ ਦੇ ਕਾਰਨ ਜਿਹੜੇ ਲਗਾਤਾਰ ਪੂਰੀ ਰਾਤ ਜਿਹੜਾ ਮੀਂਹ ਪਿਆ ਉਹਦੇ ਕਾਰਨ ਜਿਹੜੀਆਂ ਕਿਸਾਨਾਂ ਦੇ ਫਸਲਾਂ ਨੇ ਗਿਰ ਚੁੱਕੀਆਂ ਨੇ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋਗੇ ਕਿ ਜਿਹੜੀ ਕਣਕ ਦੀ ਫਸਲ ਆ ਇਹ ਗਿਰ ਚੁੱਕੀ ਆ। ਤਾਂ ਹੁਣ ਇਹਦਾ ਜਿਹੜਾ ਪੱਕ ਕੇ ਦਾਣਾ ਵਧੀਆ ਤਰੀਕੇ ਨਾਲ ਮੋਟਾ ਹੋਣਾ ਸੀ, ਵਧੀਆ ਦਾਣਾ ਪੱਕਣਾ ਸੀ, ਉਹ ਹੁਣ ਨਹੀਂ ਪੱਕੇਗਾ। ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਇਸ ਮੀਂਹ ਦੇ ਕਾਰਨ। ਕਿਵੇਂ ਦੇਖਦੇ ਹੋ? ਤੁਹਾਡੀ ਪੱਕੀ ਪਕਾਈ ਜਿਹੜੀ ਫਸਲ ਆ ਉਹਦਾ ਕਾਫੀ ਹੱਦ ਤੱਕ ਬੇਮੌਸਮੇ ਮੀਂਹ ਦੇ ਕਾਰਨ ਨੁਕਸਾਨ ਹੋਇਆ। ਕਿੰਨਾ ਕੁ ਨੁਕਸਾਨ ਲੱਗਦਾ? ਅਸਲ 'ਚ ਜਿਹੜਾ ਇਹ ਮੀਂਹ ਨੇ ਹੁਣ ਜਮਾਂ ਫਸਲ ਪੱਕਣ ਦੇ ਕਿਨਾਰੇ ਤੀਗੀ, ਉਹਦੇ ਨਾਲ ਜਿਹੜਾ ਹੁਣ ਬਾਰਿਸ਼ ਤੇ ਹਨੇਰੀ ਚੱਲੀ ਆ ਰਾਤ, ਉਹਦੇ ਕਾਰਨ 1 ਏਕੜ ਮਗਰ 15 ਤੋਂ 20 ਮਣ ਦਾ ਕੇਰ ਦਾ ਜਿਹੜਾ ਫਰਕ ਆ ਉਹ ਪਊਗਾ। ਜਿਹੜੀ ਤੂੜੀ ਹੈ ਉਹਦਾ ਬਹੁਤ ਵੱਡਾ ਨੁਕਸਾਨ ਹੋ ਜਾਊਗਾ। ਤੇ ਸਾਰੀਆਂ ਚੀਜ਼ਾਂ ਦੀ ਜੇ ਲਾ ਲਈਏ, ਕਿਵੇਂ ਕੰਪਾਈਨਾਂ ਨੇ ਵੱਢਣਾ ਸੀਗਾ, ਤੇਲ ਦੇ ਲਾ ਕੇ ਦੇਖੀਏ ਤੇਲ ਜ਼ਿਆਦਾ ਲੱਗਣਾਗਾ। ਸਾਰੀਆਂ ਲਗਭਗ ਕਿਸਾਨਾਂ ਨੂੰ ਆਸ ਹੁੰਦੀ ਹੈ ਕਿ ਇਹੀ ਫਸਲ ਤੇ ਵੀ ਕੁਛ ਪੱਕੂ ਵੀ ਸਾਡੀ ਕਣਕ ਚੰਗੀ ਆ, ਕਿਉਂਕਿ ਕਣਕਾਂ ਬਹੁਤ ਚੰਗੇ ਤੇ ਐਤਕੀ ਮੌਸਮ ਬਹੁਤ ਵਧੀਆ ਠੰਡ ਪਈ ਰਹੀ ਆ। ਅਸਲ ਦੇ ਵਿੱਚ ਹੁਣ ਜਦੋਂ ਪੱਕਣ ਦੇ ਕਿਨਾਰੇ ਤੇ ਹੁਣ ਆਸ ਵੱਜੀ ਹੋਈ ਸੀ ਵੀ ਇਹਦੇ ਤੇ ਕੋਈ ਵਿਆਹ ਕਰਨ ਨੂੰ ਕਹਿੰਦਾ ਸੀ, ਕੋਈ ਆਪਦਾ ਘਰ ਪਾਉਣ ਲਈ ਕਹਿੰਦਾ ਸੀ, ਪਰ ਕਿਸਾਨਾਂ ਦੀ ਆਸਾਂ ਨੇ ਜਿਹੜੀਆਂ ਉਹ ਜਮਾਂ ਬਿਲਕੁਲ ਕਿਸਾਨ ਨਿਰਾਸ਼ ਨੇ ਇਸ ਗੱਲ ਤੇ। ਕਿਹੜਾ ਰਾਤ ਕੁਦਰਤੀ ਇਹ ਬਰਸਾਤ ਦੇ ਕਾਰਨ 15 ਤੋਂ 20 ਮਣ ਦਾ ਕਿੱਲੇ ਦੇ ਮਗਰ ਕੇਰ ਕਣਕ ਦਾ ਝਾੜ ਆ ਜਿਹੜਾ ਉਹ ਘਟੂਗਾ ਤੇ ਤੂੜੀ ਦਾ ਵੱਡਾ ਨੁਕਸਾਨ ਆ ਜਿਹੜਾ ਹੋਊਗਾ। ਹੈਪੀ ਜੀ, ਕਿਵੇਂ ਦੇਖਦੇ ਹੋ ਇਹ ਫਸਲ ਕਿੰਨੇ ਕੁ ਸਮੇਂ ਤੱਕ ਤੁਸੀਂ ਮੰਡੀਆਂ ਦੇ ਵਿੱਚ ਵੱਢ ਕੇ ਲੈ ਕੇ ਜਾਣੀ ਸੀ, ਜਿਹੜੀ ਹੁਣ ਕਾਫੀ ਹੱਦ ਤੱਕ ਨੁਕਸਾਨੀ ਗਈ ਆ? ਇਹ ਲਗਭਗ 1 ਮਹੀਨੇ ਦੇ ਤਕਰੀਬਨ ਕਣਕ ਨੇ ਆ ਜਾਣਾ ਸੀਗਾ। 1 ਮਹੀਨੇ ਨੂੰ ਇਹਨੇ ਮੰਡੀਆਂ ਦੇ ਵਿੱਚ ਵਗ ਜਾਣਾ ਸੀਗਾ, ਪਰ ਮੰਡੀਆਂ ਦੇ ਵਿੱਚ ਜਿਵੇਂ ਚੰਗੀਆਂ ਕਣਕਾਂ ਖੜੀਆਂ ਲੱਗਦੀਆਂ ਨੇ ਵੀ ਇਹਦਾ ਦਾਣਾ ਚੰਗਾਗਾ, ਵੀ ਕਣਕ ਚੰਗੀ ਆ ਇਤਕੀ ਜਿਹੜੀ ਉਹ ਨਿਕਲੂਗੀ, ਪਰ ਜਿਹੜੀ ਡੇਪੀ ਕਣਕ ਥੱਲੇ ਵਿਛ ਗਈ, ਇਹਦਾ ਦਾਣਾ ਮਾਜੂ ਪੈ ਜਾਊਗਾ ਤੇ ਕੋਸੇ ਨੂੰ ਚੂਹਿਆਂ ਨੇ ਟੁੱਕ ਦੇਣੀ ਆ ਥੱਲੋਂ, ਕਿਉਂਕਿ ਚੂਹਾ ਵੀ ਪੈਣਾਗਾ ਕਿ ਥੱਲੇ ਕਣਕ ਨੇ ਡੇਪੀ। ਅਸਲ ਦੇ ਵਿੱਚ ਵੱਡਾ ਨੁਕਸਾਨ ਆ ਜਿਹੜਾ ਲਗਭਗ ਸਾਰੀਆਂ ਫਸਲਾਂ ਨੂੰ ਲਾ ਕੇ, ਜੇ ਸਰੋਂ ਨੂੰ ਲਾ ਲਈਏ, ਸਰੋਂਆਂ ਵੀ ਨੇ ਜਿਹੜੀਆਂ ਉਹ ਵੀ ਵਿਛ ਗਈਆਂ ਨੇ ਤੇ ਕਣਕਾਂ ਨੇ ਜਿਹੜੀਆਂ ਉਹ ਸਿੜਤੀਆਂ ਨੇ। ਇਸ ਕਰਕੇ ਬਹੁਤ ਵੱਡਾ ਨੁਕਸਾਨ ਆ ਜਿਹੜਾ ਕਿਸਾਨਾਂ ਦਾ, ਕਿਉਂਕਿ ਪਹਿਲਾਂ ਹੀ ਜੇ ਆਪਾਂ ਲਾ ਲਈਏ, ਪਹਿਲਾਂ ਸਰਕਾਰਾਂ ਨੇ ਕਿਸਾਨ ਨੇ ਜਿਹੜੇ ਉਹ ਬੜੇ ਤੰਗ ਕਰ ਰੱਖੇ ਨੇ। ਕਿਸਾਨ ਪਹਿਲਾਂ ਤਾਂ ਕਣਕਾਂ ਦੇ ਸਹੀ ਭਾਅ ਨਹੀਂ ਮਿਲ ਰਹੇ, ਜੇ ਮਾੜਾ ਮੋਟਾ ਆਸ ਹੁੰਦੀ ਹੈ ਕੁਦਰਤ ਜਿਹੜੀ ਇਹ ਵੀ ਕਿਸਾਨਾਂ ਦੀ ਬੈਰੀ ਬਣੀ ਹੋਈ ਹੈਗੀ। ਜੇ ਲਾਈਏ ਬੇਮੌਸਮਾ ਮੀਂਹ ਆ, ਜਿਹੜੇ ਬੇਮੌਸਮੀ ਹਨੇਰੀ ਚੱਲੀ ਆ, ਉਹਦੇ ਕਾਰਨ ਬਹੁਤ ਵੱਡਾ ਕਿਸਾਨਾਂ ਦਾ ਜਿਹੜਾ ਨੁਕਸਾਨ ਆ ਹੋਇਆ। ਬਿਲਕੁਲ ਬਾਈ ਜੀ, ਤੁਹਾਡਾ ਕੀ ਨਾਮ ਹੈ ਜੀ? ਹਰਪਾਲ ਸਿੰਘ ਹੈ ਜੀ। ਹਰਪਾਲ ਜੀ, ਕਿਵੇਂ ਦੇਖਦੇ ਹੋ ਜਿਹੜਾ ਇਹ ਬੇਮੌਸਮਾ ਮੀਂਹ ਆਇਆ, ਕਿੰਨਾ ਕੁ ਜ਼ਿਆਦਾ ਕਣਕ ਨੂੰ ਨੁਕਸਾਨ ਇਹਦੇ ਨਾਲ ਦੇਖਣ ਨੂੰ ਤੁਹਾਨੂੰ ਲੱਗ ਰਿਹਾ ਕਿ ਹਾਂ ਫਸਲ ਦਾ ਕਿੰਨਾ ਕੁ ਨੁਕਸਾਨ ਹੋਇਆ? ਬਹੁਤ ਆ ਜੀ, ਇਹਦਾ ਬਹੁਤ ਨੁਕਸਾਨ ਹੋਊਗਾ ਜੀ। ਇਹਦਾ ਮਤਲਬ ਕੋਈ ਗੱਲ ਨਹੀਂ, 15-20 ਮਣ ਦਾ ਨੁਕਸਾਨ ਹੈਗਾ ਜੀ। ਤੂੜੀ ਦਾ ਵੀ ਨੁਕਸਾਨ ਹੋਊਗਾ ਤੇ ਇਹਦਾ ਵੀ ਮਤਲਬ ਵੀ ਕਣਕ ਦਾ ਵੀ ਬਹੁਤ ਨੁਕਸਾਨ ਹੈਗਾ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਕਿੰਨੇ ਕੁ ਟਾਈਮ ਤੱਕ ਜਿਹੜੀ ਫਸਲ ਤੁਹਾਡੀ ਤਿਆਰ ਸੀ, ਪਰ ਹੁਣ ਇਹ ਫਸਲ ਵਿਛ ਗਈ? ਮੈਂ ਕਹੂੰਗਾ ਤਸਵੀਰਾਂ ਵੀ ਲਗਾਤਾਰ ਦਿਖਾਈਆਂ ਜਾਂਦੀਆਂ, ਜਿਹੜੀ ਫਸਲ ਆ ਫਸਲ ਵਿਛ ਗਈ। ਵਿਛਣ ਦੇ ਕਾਰਨ ਇਹਨੂੰ ਹੁਣ ਵੱਢਣ ਦੇ ਵਿੱਚ ਕਿੰਨੀ ਕੁ ਪਰੇਸ਼ਾਨੀ ਹੋਊਗੀ, ਜਾਂ ਦਾਣਾ ਮੋਟਾ ਹੋ ਗਿਆ, ਦਾਣਾ ਪੱਕਣ 'ਚ ਕਿੰਨੀ ਕੁ ਪਰੇਸ਼ਾਨੀ ਹੋਊਗੀ? ਇਹਦਾ ਜੀ ਦਾਣਾ ਅੱਧਾ ਹੀ ਰਹਿ ਜਾਊਗਾ ਜੀ, ਇਹਦਾ ਅੱਧਾ ਹੀ ਦਾਣਾ ਰਹਿ ਜਾਊਗਾ। ਬਾਕੀ ਇਹਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੈ, ਮਤਲਬ ਵੀ ਉਹਦੇ ਨਾਲ ਵੀ ਬਹੁਤ ਕਰੂਗੀ, ਥੱਲੇ ਰਹੂਗੀ, ਮੈਨੂੰ ਵੀ ਬਹੁਤ ਨੁਕਸਾਨ ਹੈ ਜੀ ਇਹ ਚੀਜ਼ ਦਾ। ਕਿਵੇਂ ਦੇਖਦੇ ਹੋ ਜਦੋਂ ਆਪਾਂ ਫਸਲ ਵੱਢਦੇ ਆ, ਫਸਲ ਪੂਰੀ ਪੱਕ ਜਾਂਦੀ ਆ, ਤਾਂ ਹੁਣ ਇਹਨੂੰ ਵੱਢਣ ਦੇ ਵਿੱਚ ਵੀ ਕਿੰਨੀ ਕੁ ਜ਼ਿਆਦਾ ਪਰੇਸ਼ਾਨੀ ਹੋਊਗੀ, ਤੇ ਦਾਣਾ ਮੋਟਾ ਹੋਣ 'ਚ ਜਾਂ ਦਾਣਾ ਪੱਕਣ 'ਚ ਕਿੰਨਾ ਕੁ ਆਪਾਂ ਨੂੰ ਘਾਟਾ ਪੈ ਰਿਹਾ? ਅਸਲ ਦੇ ਵਿੱਚ ਜਦੋਂ ਕਣਕਾਂ ਵਿਛ ਗਈਆਂ ਨੇ, ਜਦੋਂ ਕੰਪਾਈਨ ਨੇ ਚੱਕਣੀਆਂ, ਕੁਝ ਕਣਕ ਤਾਂ ਉਹਦੇ ਆ ਜਾਣੀਆਂ ਤੇ ਕੁਝ ਕਣਕ ਥੱਲੇ ਰਹਿ ਜਾਣੀ। ਜਿਹੜੀ ਥੱਲੇ ਕਣਕ ਰਹਿ ਗਈ ਉਹਦਾ ਕੁਝ ਨਹੀਂ ਵੱਟੀ ਦਾ, ਉਹ ਤਾਂ ਵਾਹਣ ਦੇ ਵਿੱਚ ਹੀ ਰਹਿ ਜੂਗੀ। ਤੇ ਦੂਜੇ ਨੰਬਰ ਤੇ ਜਿਹੜੀ ਕਣਕ ਆ, ਜਿਵੇਂ ਹੁਣ ਬੱਲੀਆਂ ਦੇ ਜਿਹੜੀ ਬੱਲੀ ਜ਼ਿਆਦਾ ਦਾਣਾ ਬਣਿਆ ਪਿਆ ਤੇ ਉਹਦੇ ਤੇ ਕਣੀ ਵੱਜੀ ਆਗੀ, ਤਾਂ ਉਹਦੇ 'ਚੋਂ ਬਹੁਤ ਸਾਰੀਆਂ ਬੱਲੀਆਂ ਹੋਈਆਂ ਜਿਹੜੀਆਂ ਫੋਕੀਆਂ ਕਰਤੀਆਂ, ਵਿੱਚੋਂ ਦਾਣੇ ਵੀ ਕੱਢਤੇ ਜ਼ਿਆਦਾ, ਕਿਉਂਕਿ ਮੀਂਹ ਜ਼ਿਆਦਾ ਤੇਜ਼ ਸੀ। ਇਸ ਕਰਕੇ ਜਿਹੜੀ ਦੇ ਉੱਪਰ ਦੀ ਪਾਣੀ ਲੰਘਿਆ ਪਿਆਗਾ ਕਣਕਾਂ, ਜਿਵੇਂ ਲਗਾਤਾਰ ਆਪਾਂ ਦੇਖਦੇ ਆਇਆਂਗੇ ਜਦ ਥੱਲੇ ਵਿਛੇ ਪਏ ਨੇਗੇ, ਉੱਤੋਂ ਦੀ ਪਾਣੀ ਲੰਘਿਆ ਪਿਆਗਾ, ਉਹ ਕਣਕ ਦਾ ਇਦੋਂ ਵੀ ਜ਼ਿਆਦਾ ਵੱਡਾ ਨੁਕਸਾਨ ਆ। ਉਹ ਤਾਂ ਪੱਲੇ ਨਾ ਪੈਣ ਵਾਲੀ ਕੰਮ ਹੈਗਾ। ਅਸਲ ਦੇ ਵਿੱਚ ਕੁਦਰਤ ਨੇ ਥੋੜਾ ਜਿਹਾ ਕਹਿਰ ਆ ਜਿਹੜਾ ਜ਼ਿਆਦਾ ਕਿਸਾਨਾਂ ਤੇ ਕਰਿਆ ਇਹ, ਤੇ ਨੁਕਸਾਨ ਬਹੁਤ ਵੱਡਾ ਜਿਹੜਾ ਜ਼ਿਮੀਂਦਾਰਾਂ ਨੂੰ ਵੱਡਾ ਘਾਟਾ ਝੱਲਣਾ ਇਸ ਕਰਕੇ ਪਊਗਾ। ਵੀ ਇਹਨੂੰ ਕਿਵੇਂ ਦੇਖਦੇ ਹੋ? ਕਿਉਂਕਿ ਜਿਹੜੀ ਹੁਣ ਫਸਲਾਂ ਨੀਚੇ ਗਿਰ ਗਈ, ਤੁਸੀਂ ਚੂਹਿਆਂ ਦੀ ਗੱਲ ਕਰ ਰਹੇ ਸੀ, ਤਾਂ ਹੁਣ ਚੂਹਿਆਂ ਦਾ ਕਹਿਰ ਜ਼ਿਆਦਾ ਹੋਊਗਾ ਇਹਦੇ ਉੱਪਰ? ਇਹ ਜਦੋਂ ਕਣਕ ਥੱਲੇ ਵਿਛ ਗਈ, ਇਹਦੇ ਥੱਲੇ ਚੂਹਿਆਂ ਨੇ ਖੱਡਾਂ ਪੱਟਣੀਆਂ ਨੇਗੀਆਂ ਤੇ ਕਣਕ ਨੂੰ ਖਰਾਬ ਕਰਨਾਗਾ, ਤੇ ਮਿੱਟੀ ਚੜ੍ਹਨੀ ਆ, ਉਹ ਕਦੋਂ ਆਪਾਂ ਤੂੜੀ ਕਰਨੀ ਆ ਉਹ ਪਸ਼ੂਆਂ ਦੇ ਫਿਰ ਨੀਰੇ ਦੇ ਵਿੱਚ ਜਾਣੀ ਹੈਗੀ। ਇਸ ਕਰਕੇ ਨੁਕਸਾਨ ਤਾਂ ਜਿਹੜਾ ਲਗਭਗ ਹੈ ਬਹੁਤ ਜ਼ਿਆਦਾ ਹੋਇਆਗਾ ਕਿਸਾਨਾਂ ਦਾ। ਤੇ ਇਸ ਕਰਕੇ ਤੂੜੀ ਵੀ ਜਿਹੜੀ ਜਿੱਥੋਂ ਕਿੱਲੇ 'ਚੋਂ 3 ਟਰਾਲੀਆਂ ਭਰਨੇ। ਮੌਸਮ ਵਿਭਾਗ ਕਹਿ ਰਿਹਾ ਅਗਲੇ ਵੀ 3-4 ਦਿਨ ਜਿਹੜੀ ਬਾਰਿਸ਼ਾਂ ਪਊਗੀ, 19, 20, 21 ਤੱਕ ਵੀ ਜਿਹੜਾ ਕਹਿ ਰਹੇ ਨੇ ਕਿ ਹਾਂ ਜਿਹੜਾ ਮੀਂਹ ਆ ਇਸੇ ਤਰੀਕੇ ਨਾਲ ਪੈ ਸਕਦਾ। ਆਉਣ ਵਾਲੇ ਸਮੇਂ 'ਚ ਕਿਵੇਂ ਦੇਖਦੇ ਹੋ? ਦੇਖੋ ਜਿਹੜਾ ਮੌਸਮ ਆ, ਜਿਹੋ ਜਿਹੇ ਅੱਜ ਦੇ ਹਾਲਾਤ ਆ ਜਾਂ ਰਾਤ ਦੇ ਆਪਾਂ ਦੇਖਿਆ, ਜੇ ਇਹੋ ਜਿਹਾ ਰਿਹਾ ਤਾਂ ਲੱਗਦਾ ਵੀ ਜਿਹੜੀਆਂ ਮਾੜੀਆਂ ਮੋਟੀਆਂ ਵੀ ਆਸ ਹੈਗੀ ਆ ਵੀ ਥੋੜਾ ਬਹੁਤਾ ਪੱਲੇ ਪੈ ਜਾਊਗਾ। ਫਿਰ ਤਾਂ ਨਾ ਪੈਣ ਜੋਗੀ ਹੈਗਾ, ਫਿਰ ਤਾਂ ਕਣਕਾਂ ਨੇ ਹੋਰ ਵੀ ਇਦੋਂ ਜ਼ਿਆਦਾ ਖਰਾਬ ਹੋ ਜਾਣਾਗਾ, ਇਦੋਂ ਜ਼ਿਆਦਾ ਨੁਕਸਾਨ ਆ ਜਿਹੜਾ ਉਹ ਝੱਲਣਾ ਪਊਗਾ।
ਬਾਕੀ ਫਸਲਾਂ ਦਾ ਕਿਵੇਂ ਦੇਖਦੇ ਹੋ? ਕਣਕ ਦਾ ਨੁਕਸਾਨ ਆਪਾਂ ਦਿਖਾਤਾ, ਇੱਧਰ ਤੁਹਾਡੀ ਜਿਵੇਂ ਸਰੋਂ ਬੀਜੀ ਹੋਈ ਆ, ਸਰੋਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਜਾਂ ਕਈ ਕਿਸਾਨਾਂ ਨੇ ਆਪਣੇ ਖੇਤਾਂ ਦੇ ਵਿੱਚ ਥੋੜ੍ਹੇ ਪਿਆਜ਼ ਬੀਜੇ ਹੋਏ ਨੇ, ਸਬਜ਼ੀਆਂ ਦਾ, ਹਰ ਇੱਕ ਚੀਜ਼ ਦੇ ਉੱਪਰ ਜਿਹੜਾ ਇਹ ਬੇਮੌਸਮੀ ਬਾਰਿਸ਼ ਆ ਇਹਦਾ ਅਸਰ ਦੇਖਣ ਨੂੰ ਮਿਲਿਆ। ਕੀ ਕਹੋਗੇ? ਜਿਵੇਂ ਸਰੋਆਂ ਦਾ ਲਾ ਲਈਏ, ਸਰੋਆਂ ਲਗਭਗ ਪੱਕੀਆਂ ਪਈਆਂ ਤੀਆਂ, ਬਹੁਤ ਸਾਰੇ ਕਿਸਾਨਾਂ ਨੇ ਵੜਤੀਆਂ ਦੀਆਂ, ਜਿਵੇਂ ਆਪਾਂ ਨੇ ਵੱਢੀ ਨਹੀਂ ਤੀਗੀ, ਕਿਸਾ ਹਜੇ ਖੜੀ ਤੀਗੀ, ਇਸ ਕਰਕੇ ਜਿਹੜੀ ਪੱਕੀ ਪਈ ਤੀ ਉਹ ਕਣੀਆਂ ਨਾਲ ਸਰੋਂ ਕੇਰਤੀ ਥੱਲੇ, ਜਿਹੜੀ ਰਹਿ ਗਈ ਉਹ ਥੱਲੇ ਡੀਪੀ, ਮਤਲਬ ਪੱਕੇ ਪਕਾਏ ਦਾਣਿਆਂ ਦੇ ਵਿੱਚੋਂ ਸਰੋਂ ਨਿਕਲ ਕੇ ਗਿਰ ਗਈ। ਜਦੋਂ ਕਣੀ ਵੱਜਦੀ ਆ ਨਾ ਉਹਦੇ ਤੇ ਉਹ ਪੱਕੀ ਪਏ ਤੇ ਜਿਹੜੀ ਉਹ ਆਪਣੀ ਫਲੀ ਪੱਕੀ ਹੋਈ ਤੀ ਉਹਦੇ ਤੇ ਜਦੋਂ ਕਣੀ ਵੱਜਦੀ ਆ ਉਹ ਫਲੀ ਦੇ ਵਿੱਚੋਂ ਜਿਹੜੇ ਦਾਣੇ ਉਹ ਸਾਰੇ ਨਿਕਲ ਕੇ ਥੱਲੇ ਵਗ ਗਏ। ਇਸ ਕਰਕੇ ਉਹ ਵੀ ਵੱਡਾ ਨੁਕਸਾਨ ਆ ਜਿਹੜਾ, ਕਿਉਂਕਿ ਸਰੋਂ ਦੀ ਫਸਲ ਦੀ ਜਿਹੜੀ ਲਗਭਗ ਸਭ ਹੀ ਪੱਕੀ ਪਈ ਤੀ, ਬਹੁਤ ਸਾਰੇ ਕਿਸਾਨਾਂ ਨੇ ਵੱਢ ਲਈ ਤੀ, ਬਹੁਤ ਸਾਰੇ ਕਿਸਾਨ ਅਜੇ ਵੱਢਣ ਲੱਗੇ ਹੋਏ ਸੀ। ਆਉਣ ਵਾਲੇ ਸਮੇਂ 'ਚ ਅਗਰ ਭਾਰੀ ਬਰਸਾਤ ਹੁੰਦੀ ਤਾਂ ਜ਼ਿਆਦਾ ਨੁਕਸਾਨ ਹੋਊਗਾ। ਹਾਂ, ਜ਼ਿਆਦਾ ਨੁਕਸਾਨ ਹੋਊਗਾ। ਜੇ ਆਪਾਂ ਪਹਿਲਾਂ ਵੀ ਗੱਲ ਕਰੀਏ ਵੀ ਜਿਵੇਂ ਮਾੜੀ ਮੋਟੀ ਆਸ ਆ ਠੀਕ ਹੈ ਚਰਨਜੀਤ, ਤਸਵੀਰਾਂ ਤੁਸੀਂ ਦਿਖਾਉਂਦੇ ਰਹੋ ਕਿ ਕਿਸ ਕਿਸਮ ਦੇ ਨਾਲ ਇਹ ਨੁਕਸਾਨ ਹੋ ਰਿਹਾ ਹੈ। ਕਿਸਾਨ ਕਹਿ ਰਹੇ ਨੇ ਕਿ 50% ਤੋਂ ਵੀ ਜ਼ਿਆਦਾ ਦਾ ਨੁਕਸਾਨ ਹੋ ਰਿਹਾ ਹੈ। ਡਾਕਟਰ ਪ੍ਰਭਜੋਤ ਗਿੱਲ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ, ਖੇਤੀ ਮਾਹਿਰ ਨੇ। ਪ੍ਰਭਜੋਤ ਜੀ, ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਤੇ। ਹਾਂਜੀ, ਸ਼ੁਕਰੀਆ ਜੀ ਮੈਡਮ, ਜਾਨਣਾ ਚਾਹਾਂਗੇ ਕਿ ਇਸ ਵੇਲੇ ਜੋ ਬਰਸਾਤ ਪੈ ਰਹੀ ਹੈ, ਬੇਮੌਸਮੀ ਹੈ, ਕਿਸਾਨ ਕਹਿ ਰਹੇ ਨੇ ਕਿ 50% ਤੋਂ ਵੀ ਜ਼ਿਆਦਾ ਉਹਨਾਂ ਦਾ ਜਿਹੜਾ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਤੁਹਾਡੇ ਮੁਤਾਬਿਕ ਇਸ ਵੇਲੇ ਐਗਜ਼ੈਕਟ ਸਿਚੁਏਸ਼ਨ ਕੀ ਹੈ, ਖਾਸ ਤੌਰ ਤੇ ਕਿਸਾਨਾਂ ਦੀ ਜੇਕਰ ਫਸਲਾਂ ਦੀ ਗੱਲ ਕਰੀਏ, ਆਰਥਿਕ ਸਥਿਤੀ ਦੀ ਗੱਲ ਕਰੀਏ? ਦੇਖੋ, ਇੱਕ ਪਾਸੇ ਤਾਂ ਆਪਾਂ ਜ਼ਰੂਰ ਕਹਿ ਰਹੇ ਹਾਂ ਕਿ ਇਹ ਜਿਹੜੀ ਮਤਲਬ ਬਾਰਿਸ਼ ਹੋ ਰਹੀ ਹੈਗੀ ਹੈ ਇਹ ਮਤਲਬ ਨਹੀਂ ਠੀਕ ਹੈਗੀ, ਜਾਂ ਜਿਸ ਤਰ੍ਹਾਂ ਬੇਮੌਸਮੀ ਦੀ ਤੁਸੀਂ ਗੱਲ ਕੀਤੀ ਹੈ। ਬੇਮੌਸਮੀ ਤਾਂ ਆਪਾਂ ਨਹੀਂ ਕਹਿ ਸਕਦੇ, ਕਿਉਂਕਿ ਬਹੁਤ ਦੇਰ ਤੋਂ ਡਰਾਈ ਸਪੈਲ ਜਿਹੜਾ ਸੀ ਉਹਨੂੰ ਬ੍ਰੇਕ ਕੀਤਾ ਇਸ ਬਾਰਿਸ਼ ਨੇ। ਇਹ ਇੱਕ ਮਤਲਬ ਆਪਾਂ ਪੋਜ਼ਿਟਿਵਿਟੀ ਨਾਲ ਕਹਿ ਸਕਦੇ ਹਾਂ। ਦੂਸਰੀ ਗੱਲ ਇਹ ਹੈ ਕਿ ਇੰਨਾ ਜ਼ਿਆਦਾ ਜਿਹੜਾ ਟੈਂਪਰੇਚਰ ਹਾਈ ਹੋ ਗਿਆ ਸੀਗਾ, ਦਿਨ ਦਾ ਟੈਂਪਰੇਚਰ 30-32 ਡਿਗਰੀ ਚਲਾ ਗਿਆ ਸੀ, ਰਾਤ ਦਾ ਵੀ ਟੈਂਪਰੇਚਰ 15-16 ਤੱਕ ਪਹੁੰਚ ਗਿਆ ਸੀ। ਸੋ ਇਹ ਦੋਨੋਂ ਹੀ ਟੈਂਪਰੇਚਰ ਜਿਹੜੇ ਨੇ ਨਾਰਮਲ ਤੋਂ ਜ਼ਿਆਦਾ ਚੱਲ ਰਹੇ ਸੀਗੇ। ਸੋ ਅਗਰ ਇਹ ਬਾਰਿਸ਼ ਨਾ ਹੁੰਦੀ ਤਾਂ ਫਿਰ ਇਹ ਟੈਂਪਰੇਚਰਸ ਨੇ ਹੋਰ ਰਾਈਜ਼ ਕਰੀ ਜਾਣਾ ਸੀ, ਜਿਹੜਾ ਕਿ ਕਣਕ ਦੀ ਫਸਲ ਲਈ ਬਹੁਤ ਜ਼ਿਆਦਾ ਨੁਕਸਾਨਦੇਹ ਸੀਗਾ। ਸੋ ਜੇ ਇਹ ਬਾਰਿਸ਼ ਹੋਈ ਹੈ ਤਾਂ ਇਹਦੇ ਨਾਲ ਟੈਂਪਰੇਚਰ ਜ਼ਰੂਰ ਫਾਲ ਕੀਤੇ ਹੈ, ਬਟ ਇਹ ਹੈ ਕਿ ਇਹਦੀ ਕੰਸਿਸਟੈਂਸੀ ਮਤਲਬ ਬਹੁਤ ਜ਼ਿਆਦਾ ਹੈ ਨਾ, ਇਹਦੀ ਕੁਆਂਟੀਟੀ ਵੀ ਜ਼ਿਆਦਾ ਹੈ, ਰੇਨਫਾਲ ਦੀ ਅਮਾਊਂਟ ਜ਼ਿਆਦਾ ਹੈ, ਤਾਂ ਕਰਕੇ ਆਪਾਂ ਥੋੜਾ ਜਿਹਾ ਇਹਨੂੰ ਕਹਿ ਸਕਦੇ ਹਾਂ ਕਿ ਇਹਦਾ ਨੈਗੇਟਿਵ ਇੰਪੈਕਟ ਹੋ ਸਕਦਾ ਹੈ। ਬਟ ਇਹ ਹੈ ਕਿ ਅਸੀਂ ਕਾਫੀ ਦੇਰ ਤੋਂ ਐਡਵਾਈਜ਼ਰੀਜ਼ ਇਸ਼ੂ ਕਰ ਰਹੇ ਸੀਗੇ ਕਿ ਆਪਾਂ ਕਣਕਾਂ ਨੂੰ ਪਾਣੀ ਨਾ ਲਾਈਏ, ਹਲੇ ਥੋੜਾ ਜਿਹਾ ਵਿਦਹੋਲਡ ਕਰ ਲਈਏ ਇਰੀਗੇਸ਼ਨ, ਕਿਉਂਕਿ ਕਾਫੀ ਚਾਂਸਿਸ ਸੀਗੇ ਕਿ ਇਹ ਬਾਰਿਸ਼ ਹੋਏਗੀ, ਕਿਉਂਕਿ ਵੈਸਟਰਨ ਡਿਸਟਰਬੈਂਸ ਜਿਹੜਾ ਆ ਰਿਹਾ ਉਹ ਪੰਜਾਬ ਨੂੰ ਹਿੱਟ ਕਰੇਗਾ ਹੀ। ਸੋ ਉਸ ਪੁਆਇੰਟ ਆਫ ਵਿਊ ਨਾਲ ਵੀ ਕਿਸਾਨ ਵੀਰਾਂ ਨੇ ਅਗਰ ਪਾਣੀ ਨਹੀਂ ਲਾਇਆ ਤਾਂ ਆਪਾਂ ਕਹਿ ਸਕਦੇ ਹਾਂ ਕਿ ਫਸਲ ਦਾ ਥੋੜਾ ਬਚਾਅ ਹੋ ਸਕਦਾ। ਪਰ ਦੂਜਾ ਇਹ ਹੈ ਕਿ ਕੁਝ ਵੈਰਾਈਟੀਜ਼ ਜਿਹੜੀਆਂ ਨੇ, ਜਿਹੜੀਆਂ ਕਿ ਅਰਲੀ ਮਤਲਬ ਅਕਤੂਬਰ ਦੇ ਵਿੱਚ ਸੋ ਹੋਈਆਂ ਨੇ, ਉਹ ਥੋੜਾ ਉਹਨਾਂ ਦੀ ਕਿਉਂਕਿ ਅੱਛੀ ਗਰੋਥ ਹੋ ਚੁੱਕੀ ਸੀ ਕਿ ਗ੍ਰੇਨ ਫਿਲਿੰਗ ਤੱਕ ਪਹੁੰਚ ਗਈ ਸੀ ਸਟੇਜ, ਉਹ ਜਿਵੇਂ ਭਾਰੀ ਹੋ ਗਈ ਸੀ ਸਿੱਟੇ ਉਹਨਾਂ ਦੇ, ਉਹ ਥੋੜੀ ਜਿਹੀ ਫਸਲ ਜ਼ਿਆਦਾ ਗਿਰੀ ਹੈ। ਬਾਕੀ ਜਿਹੜੀਆਂ ਥੋੜੀਆਂ ਲੇਟ ਬੀਜੀਆਂ ਨੇ ਉਹਨਾਂ ਦਾ ਆਪਾਂ ਇੰਨਾ ਨੁਕਸਾਨ ਹਲੇ ਨਹੀਂ ਕਹਿ ਸਕਦੇ। ਮੈਮ, ਅਸੀਂ ਸਾਰੇ ਪੰਜਾਬ ਤੋਂ ਅਸੀਂ ਲਗਭਗ ਕਹਿ ਲਈਏ ਕਿ ਤਸਵੀਰਾਂ ਅਸੀਂ ਦਿਖਾ ਰਹੇ ਹਾਂ, ਇਵਨ ਹੁਣ ਵੀ ਲਾਈਵ ਚੱਲ ਰਹੀਆਂ ਨੇ, ਸੰਗਰੂਰ ਦੀ ਗੱਲ ਕਰ ਲਈਏ, ਮੋਗਾ ਦੀ ਗੱਲ ਕਰ ਲਈਏ, ਫਿਰੋਜ਼ਪੁਰ ਦੀ, ਔਰ ਪੂਰਾ ਖੁੱਲ ਕੇ ਗੱਲਬਾਤ ਕੀਤੀ ਸਾਡੇ ਸਹਿਯੋਗੀਆਂ ਨੇ ਕਿ ਕਿਸਾਨ ਕੀ ਕਹਿ ਰਹੇ ਨੇ। ਉਹ ਕਹਿ ਰਹੇ ਨੇ ਕਿ ਇੱਕ ਤਾਂ ਇਹ ਜਿਹੜੀ ਫਸਲ ਵਿਛ ਗਈ ਹੈ ਇਹ ਤਾਂ ਪੂਰੀ ਤਰ੍ਹਾਂ ਦੇ ਨਾਲ ਖਰਾਬ ਹੈ, ਮਤਲਬ 50% ਤੋਂ ਵੀ ਜ਼ਿਆਦਾ ਦਾ ਨੁਕਸਾਨ ਕਹਿ ਰਹੇ ਨੇ। ਉਹ ਬਰੀਕੀ ਦੇ ਨਾਲ ਦੱਸ ਰਹੇ ਨੇ ਕਿ ਕਿਵੇਂ ਦਾਣਾ ਜਿਹੜਾ ਮੋਟਾ ਸੀ ਉਹ ਬਿਲਕੁਲ ਇੱਕ ਸੌਫ ਦੇ ਦਾਣੇ ਵਰਗਾ ਰਹਿ ਜਾਊਗਾ, ਔਰ ਦੂਜਾ ਚੂਹਿਆਂ ਨੇ ਹੁਣ ਖੱਡਾਂ ਬਣਾਉਣੀਆਂ ਸ਼ੁਰੂ ਕਰ ਦੇਣੀਆਂ ਨੇ, ਅੱਧੀ ਕਣਕ ਉਹਨਾਂ ਦੇ ਕਰਕੇ ਖਰਾਬ ਹੋ ਜਾਣੀ ਹੈ। ਤਾਂ ਉਹ ਕਹਿ ਰਹੇ ਨੇ ਕਿ ਜੇਕਰ 21 ਤਰੀਕ ਤੱਕ ਹੁਣ ਇਹ ਇਸੇ ਤਰੀਕੇ ਦੇ ਨਾਲ ਮੌਸਮ ਰਿਹਾ ਤਾਂ ਫਿਰ ਕੁਝ ਵੀ ਸਾਡੇ ਪੱਲੇ ਨਹੀਂ ਪੈਣਾ। ਬੇਸਿਕਲੀ ਉਹਨਾਂ ਨੇ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਸਾਡੀ ਹੁਣ ਬਾਂਹ ਫੜੀ ਜਾਵੇ ਜਾਂ ਸਾਨੂੰ ਜੋ ਵੀ ਹੈ ਗਰਦੌਰੀਆਂ ਕਰਾਈਆਂ ਜਾਣ। ਹਾਂਜੀ, ਇਸ ਨੂੰ ਲੈ ਕੇ ਤੁਸੀਂ ਕੀ ਕਹੋਗੇ? ਦੇਖੋ, ਜਿਸ ਤਰ੍ਹਾਂ ਹੁਣ ਬਾਰਿਸ਼ ਰਾਤ ਤਾਂ ਕਾਫੀ ਕੰਟੀਨਿਊਸਲੀ ਬਾਰਿਸ਼ ਪਈ ਹੈ, ਪਰਸੋਂ ਵੀ ਥੋੜੀ ਜਿਹੀ ਬਾਰਿਸ਼ ਸੀਗੀ, ਪਰ ਫਿਰ ਦਿਨੇ ਕੱਲ ਸਾਫ਼ ਹੋ ਗਿਆ। ਸੋ ਇੰਨਾ ਵੀ ਜ਼ਿਆਦਾ ਪੈਨਿਕ ਹੋਣ ਦੀ ਲੋੜ ਨਹੀਂ ਹੈ ਕਿ ਬਹੁਤ ਜ਼ਿਆਦਾ 21 ਤੱਕ ਲਗਾਤਾਰ ਬਾਰਿਸ਼ ਹੋਣੀ ਹੈ। ਥੋੜੀ ਰੁਕ ਰੁਕ ਕੇ ਬਾਰਿਸ਼ ਹੋਏਗੀ, ਜ਼ਰੂਰੀ ਨਹੀਂ ਹੈ ਕਿ ਲਗਾਤਾਰ 4 ਦਿਨ ਬਾਰਿਸ਼ ਪਏਗੀ ਤਾਂ ਉਹ ਮਤਲਬ ਜ਼ਿਆਦਾ ਨੁਕਸਾਨਦੇਹ ਹੋਏਗੀ, ਪਰ ਇੰਨੇ ਜ਼ਿਆਦਾ ਚਾਂਸਿਸ ਨਹੀਂ ਹੈਗੇ ਕਿ ਇਹ ਬਾਰਿਸ਼ ਰੁਕੇ ਹੀ ਨਾ। ਹੁਣ ਤੁਸੀਂ ਕੀ ਸਲਾਹ ਦਿੰਦੇ ਹੋ? ਇਹ ਜ਼ਰੂਰੀ ਹੈ ਮੈਮ, ਕੀ ਸਲਾਹ ਦਿੰਦੇ ਹੋ ਤੁਸੀਂ ਜਿਹੜੇ ਕਿਸਾਨ ਸੁਣ ਰਹੇ ਨੇ? ਹਾਂਜੀ, ਸਲਾਹ ਤਾਂ ਆਪਾਂ ਹੁਣ ਦੇਖੋ, ਰੱਬ ਤੇ ਕਿਸੇ ਦਾ ਜ਼ੋਰ ਨਹੀਂ ਹੈਗਾ, ਕੁਦਰਤ ਨੇ ਆਪਣਾ ਜੋ ਮਤਲਬ ਕੀਤਾ ਹੈਗਾ ਉਹਦੇ ਨਾਲ ਆਪਾਂ ਕੁਝ ਨਹੀਂ ਉਹਨੂੰ ਰੋਕ ਸਕਦੇ। ਬਟ ਇਹ ਹੈ ਕਿ ਉਹ ਤੋਂ ਬਚਾਅ ਲਈ ਆਪਾਂ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਇਹੀ ਕਹਿ ਸਕਦੇ ਹਾਂ ਕਿ ਜਿਹੜਾ ਪਾਣੀ ਹੈ ਖੇਤਾਂ ਦੇ ਵਿੱਚ ਉਹ ਖੜਾ ਨਾ ਹੋਣ ਦਿਓ,
ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ। ਚੂਹਿਆਂ ਦੀਆਂ ਕੁੱਡਾਂ ਤੇ ਵੀ ਜਿਹੜਾ ਚੋਗ ਹੁੰਦਾ ਆ ਹਨਾ, ਉਹਨੂੰ ਬਣਾ ਕੇ ਰੱਖ ਦਿੱਤਾ ਜਾਵੇ ਤਾਂ ਕਿ ਜਿੱਥੇ ਮਤਲਬ ਉਹ ਚੂਹੇ ਉਹਨੂੰ ਖਾ ਕੇ ਆਪਣਾ ਜਿਹੜਾ ਨੁਕਸਾਨ ਹੈ ਕਣਕ ਦਾ ਉਹ ਨਾ ਕਰ ਸਕਣ। ਬਾਕੀ ਇਹ ਹੈ ਕਿ ਜਦੋਂ ਥੋੜੀ ਜਿਹੀ ਧੁੱਪ ਹੋਣ ਲੱਗਣੀ ਹੈ, ਕਿਉਂਕਿ 21 ਤੋਂ ਬਾਅਦ ਕਾਫੀ ਚਾਂਸਸ ਨੇ ਕਿ ਮੌਸਮ ਠੀਕ ਹੋ ਜਾਏਗਾ। ਜਦੋਂ ਮੌਸਮ ਸਾਫ਼ ਹੁੰਦਾ ਫਿਰ ਜਿਹੜੀ ਡਿੱਗੀ ਕਣਕ ਹੈ ਉਹ ਮਤਲਬ ਠੀਕ ਹੋ ਜਾਂਦੀ ਹੁੰਦੀ ਹੈ, ਫਿਰ ਰਿਕਵਰ ਹੋ ਜਾਂਦੀ ਹੈ। ਸੋ ਇਸ ਕਰਕੇ ਇੰਨਾ ਜ਼ਿਆਦਾ ਪੈਨਿਕ ਹੋਣ ਦੀ ਲੋੜ ਨਹੀਂ, ਸਿਰਫ ਉਹੀ ਥੋੜਾ ਜਿਹਾ ਨੁਕਸਾਨ ਜ਼ਿਆਦਾ ਹੈ ਕਣਕ ਦਾ ਜਿਹਦੇ ਕਿ ਸਿੱਟੇ ਭਾਰੇ ਹੋ ਚੁੱਕੇ।